ਗੁਰ ਪ੍ਰਸਾਦ ਗੁਰ ਗ੍ਰੰਥ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਗੁਰ ਪ੍ਰਸਾਦ ਗੁਰ ਗ੍ਰੰਥ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਵਾਹਿਗੁਰੂ 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 ਧੰਨ ਵਾਹਿਗੁਰੂ। 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 ਧੰਨ ਵਾਹਿਗੁਰੂ ਧੰਨ ਵਾਹਿਗੁਰੂ। ਧੰਨ ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਸਰਵਰੇ ਕਾਇਨਾਤ ਵਾਲੀ ਹੈ ਦੋ ਜਹਾਨ, ਸਮੁੱਚੀ ਮਨੁੱਖਤਾ ਦੇ ਅਵਤਾਰ ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੀ ਹੈ, ਸੁਭਾਏਮਾਨ ਹੈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਚਾਉ ਭਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਵਰੇ ਕਾਇਨਾਤ ਵਾਲਿਆ ਦੋ ਜਹਾਨ, ਸਮੁੱਚੀ ਮਨੁੱਖਤਾ ਦੇ ਰਹਿਬਰ ਅਵਤਾਰ, ਸ਼ਬਦ ਗੁਰ ਅਵਤਾਰ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਕੋਟ ਬ੍ਰਹਮੰਡਾਂ ਦੇ ਦਾਤੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਔਰ ਸਦੀਵੀ ਕਾਲ ਵਾਸਤੇ ਸਦਾ ਵਾਸਤੇ ਗੁਰੂ ਰਹਿਣ ਵਾਲਾ ਜੁਗੋ ਜੁਗ ਅਟਲ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਅੱਜ ਬੜਾ ਹੀ ਮਹਾਨ ਦਿਹਾੜਾ ਹੈ, ਬੜਾ ਹੀ ਪਵਿੱਤਰ ਦਿਹਾੜਾ ਹੈ। ਜਿੱਥੇ ਮੱਸਿਆ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ, ਉੱਥੇ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਸਾਧ ਸੰਗਤ ਜੀ 10 ਗੁਰੂਆਂ ਦੀ ਜੋਤ ਦਾ ਦਿਹਾੜਾ ਮਨਾ ਰਹੇ ਹਾਂ। ਬੜਾ ਮਹਾਨ ਬੜਾ ਮਹੱਤਵਪੂਰਨ ਦਿਹਾੜਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦਾ ਦਿਹਾੜਾ ਮਨਾਉਂਦੇ ਹਾਂ, 10ਵੇਂ ਪਾਤਸ਼ਾਹ ਦਾ ਆਪਾਂ, ਪਰ ਇੱਕ ਗੁਰੂ ਦਾ। ਅੱਜ 10 ਗੁਰੂਆਂ ਦੀ ਜੋਤ ਦਾ ਦਿਹਾੜਾ ਹੈ। ਕਿੱਡਾ ਮਹਾਨ ਦਿਹਾੜਾ। ਸੋ ਸਾਧ ਸੰਗਤ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਡੇ ਵੱਲੋਂ, ਗੁਰੂ ਘਰ ਦੇ ਦਾਸ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਣ। ਹੁਣ ਪਹਿਲੇ ਪ੍ਰਕਾਸ਼ ਦਾ ਮਤਲਬ ਕੀ ਹੈ? ਆ ਜਿੰਨਾ ਕੁ ਆਪਣੇ ਕੋਲ ਟਾਈਮ ਹੈ ਨਾ, ਇੱਥੇ ਆਪਾਂ ਸੰਕੋਚਵੀਂ ਜੀ ਵਿਚਾਰ ਕਰ ਸਕਦੇ ਹਾਂ, ਕਿਉਂਕਿ ਸਮਾਂ ਇਹਦੇ ਵਾਸਤੇ ਵੈਸੇ ਲੰਮੇਰਾ ਚਾਹੀਦਾ, ਪਰ ਥੋੜ੍ਹੇ ਮਿੰਟਾਂ ਵਿੱਚ ਯਤਨ ਕਰਾਂਗੇ ਕਿ ਤੁਹਾਨੂੰ ਦੱਸ ਸਕੀਏ। ਪਰ ਪ੍ਰੋਪਰ ਜੇ ਸੁਣਨਾ ਮੜਾ ਮੜਾ ਫਿਰ ਵੀ ਟਾਈਮ ਲੱਗ ਜਾਂਦਾ ਹੈ। ਕਿਵੇਂ ਕੀ ਕਾਰਨ ਹੋਇਆ ਮਹਾਰਾਜ
ਦੀ ਬਾਣੀ ਇਕੱਤਰ ਕਰਨ ਦਾ, ਕਦੋਂ ਦਿੱਤੀ ਗਈ, ਕਿਹਨਾਂ ਲਿਖਿਆ, ਕਦੋਂ ਪ੍ਰਕਾਸ਼ ਹੋਇਆ। ਕਿਉਂਕਿ ਅਸੀਂ ਸੁਣਦੇ ਨਹੀਂ, ਸਾਨੂੰ ਤਾਂ ਨਹੀਂ ਪਤਾ। ਬਹੁਤ ਇੱਥੇ ਹੋਣਗੇ ਜੇ ਆਪਾਂ ਪੁੱਛ ਲਈਏ ਜੀ ਪਹਿਲਾ ਪ੍ਰਕਾਸ਼ ਕਿਹਨੂੰ ਕਹਿੰਦੇ ਨੇ, ਜੀ ਪਤਾ ਨਹੀਂ ਕਿਹਨੂੰ ਕਹਿੰਦੇ ਨੇ ਪਹਿਲਾ। ਕਿਉਂ? ਹੁਣ ਘਾਟ ਕਿਹੜੀ ਗੱਲ ਦੀ ਹੈ? ਕਿਉਂਕਿ ਅਸੀਂ ਗੁਰੂ ਘਰ ਬੈਠ ਕੇ ਕਥਾ ਨਹੀਂ ਸੁਣਦੇ। ਅਸੀਂ ਵਧੀਆ ਪ੍ਰਚਾਰਕ ਕਥਾਵਾਚਕ ਬੁਲਾ ਸਕਦੇ ਹਾਂ, ਪਰ ਵੱਡੀ ਗੱਲ ਨਹੀਂ ਆ ਸਕਦੇ ਨੇ। ਪਰ ਵੱਡੀ ਗੱਲ ਤਾਂ ਹੈ ਜੇ ਬੈਠ ਕੇ ਨਗਰ ਦੀ ਸੰਗਤ ਸੁਣੇ। ਗੁਰੂ ਘਰ ਬਣਾਉਣ ਵਾਲਾ ਬਣਾ ਲੈਣਾ ਵੱਡੀ ਗੱਲ ਨਹੀਂ, ਉਹਦੇ ਵਿੱਚ ਬੈਠ ਕੇ ਨਗਰ ਨੇ ਸੁਣਨਾ ਉਹ ਵੱਡੀ ਗੱਲ ਹੈ, ਉਹ ਸਭ ਤੋਂ ਵੱਡੀ ਗੱਲ ਹੈ। ਗੁਰੂ ਘਰ ਬਣਾਉਣ ਦਾ ਮਤਲਬ ਇਹ ਕਿ ਉੱਥੇ ਜੁੜ ਕੇ ਸੰਗਤ ਲਾਹਾ ਲਏ। ਕਥਾਕਾਰ ਵਿਦਵਾਨ ਗ੍ਰੰਥੀ ਰੱਖਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਤੋਂ ਨਗਰ ਲਾਹਾ ਲੈ ਸਕੇ, ਸੋਝੀ ਲੈ ਸਕੇ, ਗਿਆਤ ਲੈ ਸਕੇ। ਇਸ ਕਰਕੇ ਸਾਧ ਸੰਗਤ ਕੋਸ਼ਿਸ਼ ਕਰਿਆ ਕਰੋ, ਥੋੜ੍ਹੇ ਮਿੰਟ ਖੇਚਲ ਕਰਿਆ ਕਰੋ ਬਹਿਣ ਦੀ। ਆਓ ਹੁਣ ਆਪਾਂ ਜਿੱਥੋਂ ਵਿਚਾਰ ਸ਼ੁਰੂ ਹੁੰਦੀ ਹੈ ਮਹਾਰਾਜ ਦੀ ਸੰਗ੍ਰਹਿ ਬਾਣੀ ਕਰਤਾ, ਬਾਣੀ ਦੀ ਤਿਆਰੀ ਕੀਤੀ ਗਈ। ਗੁਰੂ ਮਹਾਰਾਜ ਦਾ ਦਰਬਾਰ ਸਜਿਆ ਸੀ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ। ਗੁਰੂ ਦੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸੱਚਾ ਪਾਤਸ਼ਾਹ ਹੁਣ ਤਾਂ ਬਹੁਤ ਅਨਰਥ ਹੋਣ ਲੱਗ ਗਏ। ਮਹਾਰਾਜ ਕਹਿੰਦੇ ਕੀ ਹੋ ਗਿਆ? ਸੱਚਾ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ, ਸਾਰੀ ਬਾਣੀ ਗੁਰੂ ਨਾਨਕ ਦੀ ਮੋਹਰ ਦੇ ਹੇਠਾਂ ਦਰਜ ਹੈ, ਪਰ ਕੁਛ ਜਿਹੜੇ ਲੋਕ ਹਨ ਆਪਣੇ ਕੋਲੋਂ ਗੱਲਾਂ ਲਿਖ ਕੇ ਥੱਲੇ ਕਹਿੰਦੇ ਨੇ ਜਨ ਕਹਿ ਨਾਨਕ। ਇਸ ਕਰਕੇ ਉਹ ਕਈਆਂ ਦੇ ਨਾਂ ਵੀ ਆਏ ਜਿਨ੍ਹਾਂ ਨੇ ਬਾਣੀ ਨਾਲ ਛੇੜਛਾੜ ਕੀਤੀ। ਮਹਾਰਾਜ ਸੰਗਤਾਂ ਦੇ ਸੰਸੇ ਨਿਵਰਤ ਕਰਨੇ ਚਾਹੀਦੇ ਨੇ। ਸੰਗਤਾਂ ਦੇ ਭਲੇ ਵਾਸਤੇ ਤੁਸੀਂ ਇਹ ਕਿਰਪਾ ਕਰੋ, ਬਾਣੀ ਐਸੀ ਕਿਰਪਾ ਕਰ ਦਿਓ, ਬਾਣੀ ਇਕੱਤਰ ਕਰਕੇ ਕੋਈ ਇਹ ਬਾਣੀ ਨਾਲ ਛੇੜਛਾੜ ਕਰ ਹੀ ਨਾ ਸਕੇ, ਇਹ ਬਾਣੀ ਵਿੱਚ ਕੁਛ ਕੋਈ ਪਾ ਹੀ ਨਾ ਸਕੇ। ਮਹਾਰਾਜ ਕਹਿੰਦੇ ਠੀਕ ਹੈ। ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ, ਬਾਬਾ ਬੁੱਢਾ, ਬ੍ਰਹਮ ਗਿਆਨੀ ਗੁਰਸਿੱਖ ਬਿਠਾਏ। ਕਹਿਣ ਲੱਗੇ ਪਹਿਲੇ ਪਾਤਸ਼ਾਹ ਦੀ ਵੀ ਬਾਣੀ ਹੈ, ਦੂਜੇ ਪਾਤਸ਼ਾਹ ਦੀ ਵੀ ਬਾਣੀ ਹੈ, ਤੀਜੇ ਪਾਤਸ਼ਾਹ ਦੀ ਬਾਣੀ ਹੈ, ਸਾਡੇ ਪਿਤਾ ਚੌਥੇ ਪਾਤਸ਼ਾਹ ਦੀ ਵੀ ਬਾਣੀ ਹੈ। ਪਰ ਉਹ ਚੌਥੇ ਪਾਤਸ਼ਾਹ ਤੱਕ ਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ, ਗੁਰੂ ਅਮਰਦਾਸ ਮਹਾਰਾਜ ਦੇ ਸੁਪੁੱਤਰ, ਉਹਨਾਂ ਕੋਲ ਨੇ। ਇਸ ਕਰਕੇ ਉਹਨਾਂ ਕੋਲੋਂ ਪੋਥੀਆਂ ਲਿਆਉਣੀਆਂ ਚਾਹੀਦੀਆਂ ਹਨ। ਭਾਈ ਗੁਰਦਾਸ ਜੀ ਬੋਲ ਪਏ, ਕਹਿੰਦੇ ਮਹਾਰਾਜ ਇਹ ਸੇਵਾ ਮੈਨੂੰ ਦਿਓ ਆਗਿਆ, ਮੈਂ ਲੈ ਕੇ ਆਉਂਦਾ ਪੋਥੀਆਂ। ਲੈਣ ਗਏ, ਦਰਵਾਜ਼ਾ ਹੀ ਨਹੀਂ ਖੋਲ੍ਹਿਆ ਬਾਬਾ ਮੋਹਨ ਜੀ ਨੇ। ਬਿਰਤੀ ਪਰਮੇਸ਼ਰ ਵਿੱਚ ਜੋੜੀ ਹੋਈ ਹੈ, ਸਮਾਧੀ ਵਿੱਚ ਬੈਠੇ ਹੋਏ। ਜਦੋਂ ਬਹੁਤਾ ਸਮਾਂ ਉਡੀਕ ਕਰਦੇ ਰਹੇ, ਨਾ ਕੋਈ ਜਵਾਬ ਮਿਲਿਆ, ਨਾ ਕੋਈ ਸੰਦੇਸ਼ ਮਿਲਿਆ, ਨਾ ਕੋਈ ਅੱਗੋਂ ਉੱਤਰ ਮਿਲਿਆ, ਕੋਈ ਗੱਲ ਸੁਣੀ ਨਹੀਂ, ਉੱਤਰ ਤਾਂ ਕੀ ਦੇਣਾ। ਅੱਖਾਂ ਵੀ ਨਹੀਂ ਖੋਲ੍ਹੀਆਂ ਬਾਬਾ ਮੋਹਨ ਜੀ ਨੇ। ਵਾਪਸ ਆ ਗਏ। ਫਿਰ ਕਹਿੰਦੇ ਬਾਬਾ ਬੁੱਢਾ ਜੀ ਕਹਿੰਦੇ ਅਸੀਂ ਲਿਆਵਾਂਗੇ। ਮਹਾਰਾਜ ਕਹਿੰਦੇ ਹਾਂ, ਤੁਹਾਡੇ ਤੋਂ ਹੀ ਇਹ ਕਾਰਜ ਬਣ ਸੌਰ ਜੇ ਸ਼ਾਇਦ। ਹਾਂ, ਇਹ ਬਚਨ ਲਿਖਿਆ ਗ੍ਰੰਥ ਵਿੱਚ। ਕਹਿੰਦੇ ਬਾਬਾ ਬੁੱਢਾ ਜੀ ਗਏ। ਬਾਬਾ ਬੁੱਢਾ ਜੀ ਆਵਾਜ਼ਾਂ ਮਾਰਦੇ ਰਹੇ, ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਬਾਬਾ ਮੋਹਨ ਜੀ ਸਮਾਧੀ ਵਿੱਚ। ਇੱਥੋਂ ਤੱਕ ਲਿਖਿਆ, ਕਹਿੰਦੇ ਬਾਬਾ ਬੁੱਢਾ ਜੀ ਨੇ ਫਿਰ ਚਗਾਠ ਪੁੱਟ ਕੇ ਅੰਦਰ ਪ੍ਰਵੇਸ਼ ਹੋਏ। ਫਿਰ ਸਮਾਧੀ 'ਚ ਬੈਠੇ ਨੇ ਬਾਬਾ ਮੋਹਨ ਜੀ, ਪਰ ਖੋਲ੍ਹੀ ਨਹੀਂ ਸਮਾਧੀ। ਆਵਾਜ਼ਾਂ ਮਾਰ ਮਾਰ ਕੇ ਆ ਗਏ ਵਾਪਸ। ਬਾਣੀ ਦੀਆਂ ਪੋਥੀਆਂ ਨਹੀਂ ਆਈਆਂ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਆਪ ਜਾਵਾਂਗੇ ਬਾਣੀ ਲੈਣ ਵਾਸਤੇ, ਬਾਣੀ ਦੀਆਂ ਪੋਥੀਆਂ ਲੈਣ ਵਾਸਤੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਆਪ ਗਏ ਮਹਾਰਾਜ ਬਾਣੀ ਦੀਆਂ ਪੋਥੀਆਂ ਲੈਣ ਵਾਸਤੇ। ਚੱਲਣ ਦੇ ਕੋਲ ਗਰੀਬ ਨਿਵਾਸ ਸਤਿਗੁਰੂ ਆਪ ਗਏ। ਪਹਿਲਾਂ ਗੋਇੰਦਵਾਲ ਗਏ, ਉੱਥੇ ਰਾਤ ਰਹੇ ਮਹਾਰਾਜ। ਬਾਬਾ ਮੋਹਨ ਪਤਾ ਕੀ ਲੱਗਦਾ ਮਹਾਰਾਜ ਦਾ? ਬੀਬੀ ਭਾਨੀ ਦੇ ਸਾਧ ਸੰਗ ਜੀ ਭਰਾ ਨੇ,
ਬਾਬਾ ਮੋਹਣ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਨੇ ਬਾਬਾ ਮੋਹਣ। ਧਿਆਨ ਨਾਲ ਸੁਣਿਓ, ਬਾਬਾ ਮੋਹਣ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਨੇ ਵੱਡੇ। ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਹੈ ਬੀਬੀ ਭਾਨੀ। ਬੀਬੀ ਭਾਨੀ ਦਾ ਵਿਆਹ ਹੋਇਆ ਗੁਰੂ ਰਾਮਦਾਸ ਮਹਾਰਾਜ ਨੂੰ। ਗੁਰੂ ਰਾਮਦਾਸ ਮਹਾਰਾਜ ਦਾ ਸਪੁੱਤਰ ਹੈ ਗੁਰੂ ਅਰਜਨ ਦੇਵ ਮਹਾਰਾਜ। ਮਾਤਾ ਦਾ ਭਰਾ ਕੀ ਲੱਗਦਾ ਫਿਰ? ਮਾਤਾ ਦਾ ਭਰਾ ਬੱਚਿਆਂ ਦਾ ਕੀ ਲੱਗਦਾ ਹੁੰਦਾ? ਮਾਮਾ। ਧਿਆਨ ਨਾਲ ਸੁਣਿਆ ਕਰੋ ਕਥਾ, ਤਵੱਜੋ ਨਾਲ ਸੁਣੋਗੇ, ਇੱਕ ਇੱਕ ਅੱਖਰ ਪੱਲੇ ਪਏਗਾ। ਇਸ ਕਰਕੇ ਛੋਟਾ ਮਾਮਾ ਸੀ ਬਾਬਾ ਮੋਹਰੀ, ਉਹ ਘਰ ਜਾ ਕੇ ਰਹੇ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੁਰ ਗਏ। ਚਬਾਰਾ ਸੀ ਜਿਹਦੇ 'ਚ ਰਹਿੰਦਾ ਸੀ ਗੁਰੂ ਮਹਾਰਾਜ ਦਾ ਸਪੁੱਤਰ ਗੁਰੂ ਅਮਰਦਾਸ ਮਹਾਰਾਜ। ਬਾਬਾ ਮੋਹਣ ਚਬਾਰੇ 'ਚ, ਨਾਲੋਂ ਗਲੀ ਲੰਘਦੀ ਸੀ ਰਸਤਾ। ਮਹਾਰਾਜ ਚਬਾਰੇ 'ਚ ਨਹੀਂ ਗਏ, ਦਰਵਾਜ਼ਾ ਨਹੀਂ ਖੋਲ੍ਹਿਆ, ਗਲੀ ਵਿੱਚ ਬੈਠ ਗਏ ਮਹਾਰਾਜ। ਗੁਰੂ ਅਰਜਨ ਦੇਵ ਮਹਾਰਾਜ ਗਲੀ 'ਚ ਬਹਿ ਗਏ। ਗਲੀ 'ਚ ਤੰਬੂਰਾ ਲਿਆ ਹੋਇਆ, ਵਜਾਉਣ ਵਾਲਾ ਹੁੰਦਾ ਤੰਬੂਰਾ, ਸਾਜ਼, ਜਿਵੇਂ ਰਬਾਬ ਹੁੰਦੀ, ਸਰੰਗਾ ਹੁੰਦਾ, ਤੰਬੂਰਾ ਇੱਕ ਸਾਜ਼। ਹੁਣ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਅਰਜਨ ਪ੍ਰਤਾਖਾਰ, ਜਿੱਥੇ ਪਾਵਨ ਉਂਗਲਾਂ ਰੱਖੀਆਂ ਜਾਂਦੀਆਂ ਹੋਣੀਆਂ, ਤੇ ਜਦੋਂ ਆਪਣੇ ਮੁਖਾਰਬਿੰਦ ਤੋਂ ਸ਼ਬਦ ਉਚਾਰਦੇ ਹੋਣੇ, ਕੈਸਾ ਸਮਾਂ ਬਣਦਾ ਹੋਣਾ। ਸਾਧ ਸੰਗਤ ਜੀ, ਜਦੋਂ ਮਹਾਰਾਜ ਨੇ ਇਹ ਪਾਵਨ ਸ਼ਬਦ 248 ਅੰਗ 'ਤੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, 248 ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ, ਮੋਹਨ ਤੇਰੇ ਸੋਹਣ ਦਵਾਰ ਸੰਤ ਧਰਮਸਾਲਾ, ਧਰਮਸਾਲ ਪਾਰ ਦਇਆਰ ਠਾਕੁਰ, ਸਦਾ ਕੀਰਤਨ ਗਾਵੇ। ਜੈ ਸਾਧ ਸੰਤ ਇਕੱਤਰ ਹੋਵੇ, ਤਾਹਾਂ ਤੁਝੈ ਧਿਆਵੇ। ਕਰ ਦਇਆ ਮਿਆ ਦਿਆਲ ਸੁਆਮੀ, ਹੋ ਦੀਨ ਕਿਰਪਾਰਾ। ਬਿਨਵੰਤ ਨਾਨਕ ਦਰਸ ਪਿਆਸੇ, ਦਰਸ਼ਨ ਸੁਖ ਸਾਰਾ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਬਾਬਾ ਮੋਹਣ ਜੀ ਨੇ ਸੁਣਿਆ ਸ਼ਬਦ, ਇੰਨੇ ਲਾਭ 'ਚ ਗਾਇਆ ਹੋਣਾ ਮਹਾਰਾਜ ਨੇ, ਸੁਰਾਂ 'ਤੇ ਹੱਥ ਗਏ ਹੋਣੇ ਤੰਬੂਰੇ। ਜਦੋਂ ਗਰੀਬ ਨਵਾਜ ਨੇ ਸ਼ਬਦ ਪੜ੍ਹਿਆ, ਬਾਬਾ ਮੋਹਣ ਜੀ ਦੀ ਸਮਾਧੀ ਖੁੱਲ੍ਹ ਗਈ ਨਾਲ ਦੀ ਨਾਲ। ਜਦੋਂ ਸਮਾਧੀ ਖੁੱਲ੍ਹ ਗਈ, ਬਾਬਾ ਮੋਹਣ ਜੀ ਉੱਠੇ। ਖਿੜਕੀ ਸੀ, ਖਿੜਕੀ ਖੋਲ੍ਹੀ, ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਆਏ ਨੇ। ਕਹਿੰਦੇ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਨ੍ਹਾਂ ਨੇ ਸਾਡੀ ਗੁਰਤਾ ਗੱਦੀ ਲੈ ਲਈ। ਕਹਿੰਦੇ ਨੇ ਸਾਡੀ ਗੁਰਤਾ ਗੱਦੀ ਵੀ ਤੁਸੀਂ ਲੈ ਲਈ, ਫਿਰ ਆਪਸ 'ਚ ਪਰਿਵਾਰ ਵਿੱਚ ਤੁਸੀਂ ਝਗੜਾ ਰੱਖਦੇ ਹੋ ਆਪਣੇ ਭਰਾਵਾਂ ਨਾਲ। ਇਹ ਇਤਿਹਾਸ 'ਚ ਲਿਖਿਆ ਹੋਇਆ। ਹੁਣ ਬਾਣੀ ਦੀਆਂ ਪੋਥੀਆਂ ਲੈਣ ਆ ਗਏ ਹੋ ਤੁਸੀਂ। ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ, ਸਾਰੀਆਂ ਗੱਲਾਂ ਮਹਾਰਾਜ ਨੇ ਸੁਣੀਆਂ। ਅੰਮ੍ਰਿਤ ਵੇਲੇ ਦਾ ਟਾਈਮ ਸੀ। ਅੰਮ੍ਰਿਤ ਵੇਲੇ ਕੋਈ ਕਈ ਵਾਰ ਇੱਥੇ ਬੋਲਦਾ ਸੀ, ਪਿੰਡ ਤੋਂ ਬਾਹਰ ਸੁਣਦਾ ਹੁੰਦਾ ਸੀ, ਇੰਨੀ ਇੰਨੀ ਆਵਾਜ਼ ਹੁੰਦੀ ਸੀ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਨੇ ਜਦੋਂ ਬਚਨ ਸੁਣੇ ਨਾ ਵੀ ਕੁਛ ਕਹਿ ਰਹੇ ਨੇ, ਬਾਬਾ ਮੋਹਣ ਜੀ ਸਾਨੂੰ ਬੋਲ ਰਹੇ ਨੇ, ਮਹਾਰਾਜ ਨੇ ਦੂਜਾ ਪਦਾ ਉਚਾਰਤਾ ਇਹੀ ਸ਼ਬਦ, ਮੋਹਣ ਤੇਰੇ ਬਚਨ ਅਨੂਪ, ਚਾਲ ਨਿਰਾਲੀ। ਤੇਰੇ ਬਚਨ ਬੜੇ ਸੋਹਣੇ ਨੇ, ਤੇਰੀ ਚਾਲ ਬੜੀ ਸੋਹਣੀ, ਚੱਲਣੀ ਬੜੀ ਸੋਹਣੀ ਹੈ ਤੇਰੀ। ਮਹਾਰਾਜ ਨੇ ਬਚਨ ਕਹੇ। ਜਦੋਂ ਇਹ ਸ਼ਬਦ ਪੜ੍ਹਿਆ ਨਾ ਗੁਰੂ ਅਰਜਨ ਦੇਵ ਮਹਾਰਾਜ ਨੇ, ਮੋਹਣ ਤੇਰੇ ਬਚਨ ਅਨੂਪ, ਚਾਲ ਨਿਰਾਲੀ, ਤੇਰੀ ਚਾਲ ਨਿਰਾਲੀ ਹੈ। ਤੇ ਕਹਿੰਦੇ ਬਾਬਾ ਮੋਹਣ ਜੀ ਨਾ ਬਸ ਪੋਥੀਆਂ ਲੈ ਕੇ ਫਿਰ ਥੱਲੇ ਉਤਰਨਾ ਸ਼ੁਰੂ ਕਰ ਦਿੱਤਾ। ਜਦੋਂ ਮਹਾਰਾਜ ਨੇ ਦੇਖਿਆ ਨਾ ਬਾਬਾ ਮੋਹਣ ਜੀ ਆ ਰਹੇ ਨੇ, ਕਹਿੰਦੇ ਮੋਹਣ ਤੁਧ ਸਤ ਸੰਗਤ ਧਿਆਵੈ ਦਰਸ਼ ਧਿਆਨਾ। ਅਗਲਾ ਪਦਾ ਮਹਾਰਾਜ ਨੇ ਉਚਾਰਨ ਕੀਤਾ ਤੇ ਅੱਗੇ ਕਹਿੰਦੇ ਨੇ ਮੋਹਣ ਜਮ ਨੇੜ ਨਾ ਆਵੈ, ਤੁਧ ਜਪੈ ਨਿਧਾਨਾ। ਉਹ ਜਮ ਵੀ ਤੇ ਉਹਦੇ ਨੇੜੇ ਨਹੀਂ ਆਉਣਗੇ ਜਿਹੜਾ ਮੋਹਣ ਦਾ ਨਾਂ ਜਪੇਗਾ। ਮੋਹਣ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਕਿਹਾ ਸੀ।
ਪਰ ਗੁਰੂ ਦੇ ਸਪੁੱਤਰ ਸੀ, ਉਹ ਵੀ ਰੰਗੀਆਂ ਰੂਹਾਂ ਸੀ। ਕਹਿਣ ਲੱਗੇ ਜਦੋਂ ਇਹ ਤੀਸਰਾ ਬੰਦ ਉਚਾਰਨ ਕੀਤਾ, ਫਿਰ ਜਦੋਂ ਬਾਬਾ ਮੋਹਨ ਜੀ ਨੇ ਪੋਥੀਆਂ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਤੇ ਕਹਿੰਦੇ ਫਿਰ ਮਹਾਰਾਜ ਨੇ ਚੌਥਾ ਸ਼ਬਦ ਪੜਿਆ, ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ। ਕਹਿੰਦੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਤਾਰਿਆ ਜਹਾਨ ਲਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਿਆ, ਸਹਿ ਜਮ ਨੇੜ ਨਾ ਆਇਆ। ਇਹ ਚੌਥਾ ਪਦਾ ਉਚਾਰਨ ਕੀਤਾ। ਕਹਿੰਦੇ ਬਾਬਾ ਮੋਹਨ ਜੀ ਪੋਥੀਆਂ ਗੁਰਬਾਣੀ ਦੀਆਂ ਰੱਖ ਕੇ ਮੱਥਾ ਟੇਕ ਕੇ ਮਹਾਰਾਜ ਨੂੰ ਨਮਸਕਾਰ ਕਰਕੇ ਫਿਰ ਚੁਬਾਰੇ ਵਿੱਚ ਜਾ ਕੇ ਬਹਿ ਗਏ ਅਤੇ ਚੁਬਾਰੇ ਵਿੱਚ ਸਮਾਧੀ ਵਿੱਚ ਅਕਾਲ ਪੁਰਖ ਦੇ ਨਾਮ ਵਿੱਚ ਇੱਥੋਂ ਪੋਥੀਆਂ ਲੈ ਕੇ ਗੁਰੂ ਅਮਰਦਾਸ ਮਹਾਰਾਜ ਬਾਰੇ ਦੱਸ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਿਵੇਂ ਹੋਇਆ, ਵਿਸਤਾਰ 'ਚ ਦੱਸਿਆ ਜਾ ਰਿਹਾ। ਕਹਿੰਦੇ ਇੱਥੋਂ ਮਹਾਰਾਜ ਨੇ ਪੋਥੀਆਂ ਲੈ ਕੇ ਛੋਟੇ ਮਾਮਾ ਬਾਬਾ ਮੋਹਰੀ ਜੀ ਉਹਨਾਂ ਕੋਲ ਰਹੇ ਰਾਤ। ਇੱਥੇ ਹੀ ਫਿਰ ਪ੍ਰਬੰਧ ਕੀਤਾ ਗਿਆ ਪਾਲਕੀ ਦਾ। ਗੁਰਬਾਣੀ ਦਾ ਸਤਿਕਾਰ ਕਿੰਨਾ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ। ਹਜੇ ਗੁਰਤਾ ਗੱਦੀ ਨਹੀਂ ਮਿਲੀ, ਘਰ 'ਚ ਪੋਥੀਆਂ ਦਾ ਕਿੰਨਾ ਸਤਿਕਾਰ ਕਰਨਾ ਅਸੀਂ। ਉੱਚੇ ਥਾਂ 'ਤੇ ਪੋਥੀਆਂ ਰੱਖਣੀਆਂ ਨੇ, ਸਤਿਕਾਰ ਜੋ ਸਤਿਕਾਰ ਸਹਿਤ ਰੱਖਣੀਆਂ ਨੇ ਪੋਥੀਆਂ। ਕਹਿਣ ਲੱਗੇ ਮਹਾਰਾਜ ਨੇ ਇੱਥੇ ਪਾਲਕੀ ਤਿਆਰ ਕੀਤੀ ਗਈ, ਉਹਦੇ ਵਿੱਚ ਬਿਰਾਜਮਾਨ ਕੀਤੀਆਂ ਗਈਆਂ ਪੋਥੀਆਂ। ਨਰਸਿੰਘਾ ਵੱਜਦਾ ਅਤੇ ਸਾਧ ਸੰਗਤ ਜੀ ਫੁੱਲਾਂ ਦੀ ਵਰਖਾ ਹੁੰਦੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਅਦਬ ਸਤਿਕਾਰ ਦੇ ਸਹਿਤ ਮਹਾਰਾਜ ਲਿਜਾਣ ਦੀ ਤਿਆਰੀ ਕਰ ਰਹੇ ਨੇ। ਜਦੋਂ ਮਹਾਰਾਜ ਉੱਥੇ ਗਏ ਗੋਇੰਦਵਾਲ ਸਾਹਿਬ, ਆਪਣਾ ਬਿਆਸਾ ਦੇ ਨਦੀ ਦੇ ਕੰਢੇ 'ਤੇ ਮਹਾਰਾਜ ਦਾ ਸਥਾਨ ਹੈ। ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਮਹਾਰਾਜ ਦਾ ਸੰਸਕਾਰ ਜਿੱਥੇ ਹੋਇਆ, ਉੱਥੇ ਮਹਾਰਾਜ ਦਾ ਪੜਪੋਤਾ ਸੀ ਗੁਰੂ ਅਮਰਦਾਸ ਮਹਾਰਾਜ ਦਾ, ਬਾਬਾ ਸੁੰਦਰ। ਉਹਨਾਂ ਨੇ ਕਿਹਾ, ਉਹਨਾਂ ਨੂੰ ਪੁੱਛਿਆ ਕਿ ਕੀ ਉਪਦੇਸ਼ ਦੇ ਗਏ ਸੀ ਤੁਹਾਡੇ ਪੜਦਾਦਾ ਜੀ ਗੁਰੂ ਅਮਰਦਾਸ ਮਹਾਰਾਜ ਜੀ? ਵਕਤਿਅੰਤ ਅੰਤਰਜਾਮੀ ਸੀ ਨਾ ਮਹਾਰਾਜ, ਉਹਨਾਂ ਨੂੰ ਪਤਾ ਸੀ ਗੁਰਬਾਣੀ ਦਾ ਸ਼ਬਦ ਦੇ ਕੇ ਗਏ ਨੇ। ਉਹ 923 ਅੰਗ 'ਤੇ ਹੈ। ਬਾਬਾ ਸੁੰਦਰ ਸਿੰਘ ਦੀ, ਬਾਬਾ ਸੁੰਦਰ ਜੀ ਦੀ ਆਪਣਾ ਮੋਹਰ ਹੇਠ, ਉਹਨਾਂ ਦੀ ਨਾਂ ਹੇਠ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਦਰਜ ਕਰਤਾ ਮਾਰਨ। ਉਹ ਸ਼ਬਦ ਵੀ ਲਿਆ ਅਤੇ ਮਿਲੇ ਵੀ ਗੁਰੂ ਕੇ ਸੰਤਾਨ। ਇੱਥੋਂ ਚੱਲ ਕੇ ਮਹਾਰਾਜ ਖੰਡੂਰ ਸਾਹਿਬ ਤੋਂ ਲੰਘੇ ਜਾ ਰਹੇ ਨੇ। ਜਾਣਿਆ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਦਾ ਸਥਾਨ ਹੈ, ਉੱਥੇ ਨਮਸਕਾਰ ਕੀਤੀ। ਮਹਾਰਾਜ ਦੇ ਸਪੁੱਤਰ ਮਿਲੇ ਬਾਬਾ ਦਾਤੂ। ਗੁਰੂ ਅੰਗਦ ਦੇਵ ਮਹਾਰਾਜ ਦੇ ਦੋ ਸਪੁੱਤਰ ਬਾਬਾ ਦਾਤੂ, ਬਾਬਾ ਦਾਸੂ। ਬਾਬਾ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਸੀ ਵੀ ਅਸੀਂ ਪੁੱਤਰ ਹਾਂ, ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਹੈ। ਗੁਰੂ ਅਮਰਦਾਸ ਨੂੰ ਮਿਲ ਗਈ, ਲੱਤ ਮਾਰੀ ਸੀ। ਲੱਤ ਮਾਰ ਦਿੱਤੀ ਪਰ ਉਹ ਲੱਤ 'ਚੋਂ ਪੀੜ ਨਹੀਂ ਖਤਮ ਹੋਈ ਸੀ। ਇਹ ਫਿਰ ਗੇ ਤੇ ਵਾਧਾ ਕਰੀਏ ਗੁਰੂ ਦੇ ਪਿਆਰਿਆਂ ਸਿੱਖਾਂ 'ਤੇ, ਫਿਰ ਇਹ ਦਿਸ ਜਾਂਦਾ, ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ, ਉਹਨੂੰ ਫੀਲ ਕਰੇ ਭਾਵੇਂ ਨਾ ਕਰੇ, ਵੱਖਰੀ ਗੱਲ ਹੈ, ਪਰ ਪਤਾ ਲੱਗ ਜਾਂਦਾ ਇੱਕ ਵਾਰੀ। ਕਹਿੰਦੇ ਉਹ ਪੀੜ ਨਾ ਬੰਦ ਹੋਈ ਤਾਂ ਕਹਿੰਦੇ ਬੇਨਤੀ ਕੀਤੀ ਬਾਬਾ ਦਾਤੂ ਜੀ ਨੇ, ਮਹਾਰਾਜ ਮੈਂ ਇਸ ਤਰ੍ਹਾਂ ਲੱਤ ਮਾਰੀ ਸੀ ਗੁਰੂ ਅਮਰਦਾਸ ਮਹਾਰਾਜ ਨੂੰ, ਮੇਰੀ ਪੀੜ ਨਹੀਂ ਗਈ ਲੱਤ ਦੀ, ਕਿਰਪਾ ਕਰਕੇ ਹੁਣ ਮੈਨੂੰ ਬਖਸ਼ ਦਿਓ ਮਹਾਰਾਜ। ਮਹਾਰਾਜ ਦਇਆ ਦੇ ਘਰ ਵਿੱਚ ਆ ਕੇ ਹੱਥ ਫੇਰਦੇ ਨੇ, ਲੱਤ 'ਤੇ ਹੱਥ ਫੇਰ ਕੇ ਕਹਿੰਦੇ ਕੁਛ ਵੀ ਨਹੀਂ, ਸਾਰੀ ਖਤਮ ਹੋ ਗਈ। ਇੱਥੇ ਵੀ ਕਹਿੰਦੇ ਮਹਾਰਾਜ ਰਾਤ ਰਹੇ ਖੰਡੂਰ ਸਾਹਿਬ। ਇੱਥੋਂ ਫਿਰ ਪਾਲਕੀ 'ਤੇ ਪੋਥੀਆਂ ਰੱਖ ਕੇ ਫੁੱਲਾਂ ਸਹਿਤ, ਫੁੱਲਾਂ ਦੀ ਵਰਖਾ, ਨਰਸਿੰਘਾ ਵੱਜਦਾ ਹੈ, ਸਾਜ਼ ਵੱਜਦੇ ਨੇ। ਸਾਧ ਸੰਗਤ ਜੀ ਮਹਾਰਾਜ ਨੰਗੇ ਪੈਰੀ, ਸਾਧ ਸੰਗਤ ਜੀ ਜਦੋਂ ਵੀ ਮਹਾਰਾਜ ਨਾਲ ਜਾਣਾ ਆਪਾਂ ਨੰਗੇ ਪੈਰੀ ਜਾਣਾ। ਹੁਣ ਅਸੀਂ ਕਈ ਵਾਰ ਜੇ ਜਾਈਏ, ਪਹਿਲੀ ਗੱਲ ਤਾਂ ਅੱਗੇ ਪਿੱਛੇ ਜਾਂਦੇ ਹਾਂ, ਨਹੀਂ ਤਾਂ ਵਿਚਾਰ ਲਈਦਾ ਉਹ ਤੁਹਾਨੂੰ ਪਤਾ ਵੀ ਕੀ ਕਾਰਨ ਕਰਕੇ, ਨਹੀਂ ਤਾਂ ਜ਼ਿਆਦਾ ਇਹੀ ਕਰੀਦਾ ਕੋਸ਼ਿਸ਼ ਨਾਲ ਨੰਗੇ ਪੈਰੀ ਚਾਹੀਦਾ। ਭਾਵੇਂ ਮਜਬੂਰੀ ਵੀ ਹੈ ਤਾਂ ਵੀ ਕੋਈ ਗੱਲ ਹੀ ਨਹੀਂ, ਸਮਝੀ ਦੀ ਨਹੀਂ ਵੀ ਮਹਾਰਾਜ ਦੇ ਬਚਨ ਨੇ ਸੱਚੇ ਪਾਤਸ਼ਾਹ। ਜਦੋਂ ਕੋਈ ਆਪਾਂ ਨੂੰ ਪ੍ਰੋਬਲਮ ਨਾ ਹੋਵੇ, ਪੈਰ ਆਪਣੇ ਸਹੀ ਸਲਾਮਤ ਹੋਣ,
हाँ जे पैरों ਦੇ ਵਿੱਚ ਕੋਈ ਦੁੱਖ ਹੈ, ਕੋਈ ਫੋੜਾ ਫਿੰਸੀ ਹੈ, ਨਹੀਂ ਚੱਲਿਆ ਜਾਂਦਾ, ਵੱਖਰੀ ਗੱਲ ਹੈ। ਜਦੋਂ ਰੱਬ ਨੇ ਪੈਰ ਨੰਬਰ ਦਿੱਤੇ ਨੇ ਪਾ ਕੇ ਤਿੱਲੇ ਵਾਲੀਆਂ ਕੁੰਡੀਆਂ ਜੀਆਂ, ਪਿੱਛੇ ਰਿਹਾ ਕਰੋ, ਨਹੀਂ ਤਾਂ ਬਾਅਦ 'ਚ ਤੁਰ ਜਾਇਆ ਕਰੋ 5-10 ਮਿੰਟ। ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ, ਕੋਸ਼ਿਸ਼ ਜ਼ਰੂਰ ਕਰੋ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਾ ਕੇਵਲ ਉਦੋਂ। ਵੈਸੇ ਰਹਿਤਨਾਮੇ 'ਚ ਥੋੜ੍ਹੀ ਜਿਹੀ ਛੂਟ ਦਿੱਤੀ ਹੈ, ਪਰ ਨਹੀਂ, ਮਹਾਰਾਜ ਦਾ ਸਤਿਕਾਰ ਆਪਾਂ ਕਰਨਾ, ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰਨਾ। ਜੇ ਨਹੀਂ ਚੱਲਿਆ ਜਾਂਦਾ, ਪੈਰ ਸੋਹਲਨੇ, ਫਿਰ ਅੱਜ ਰੱਬ ਨੇ ਗੱਡੀਆਂ ਦਿੱਤੀਆਂ ਨੇ, ਗੱਡੀ ਲਿਆਇਆ ਕਰੋ, ਇੱਥੇ ਲਾ ਲਿਆ ਕਰੋ, ਆਰਾਮ ਨਾਲ ਲੈ ਜਾਇਆ ਕਰੋ। ਫਿਰ ਹੋਰ ਕੀ ਹੈ, ਸਤਿਕਾਰ ਮੁੱਖ ਰੱਖਣਾ। ਗੁਰੂ ਅਰਜਨ ਦੇਵ ਮਹਾਰਾਜ ਕਿੱਥੇ ਗੋਇੰਦਵਾਲ ਤੁਰ ਜਾਇਓ ਤੁਸੀਂ, ਹਰਿਮੰਦਰ ਸਾਹਿਬ ਤੋਂ ਗੋਇੰਦਵਾਲ ਖੰਡੂਰ ਸਾਹਿਬ, ਉੱਥੋਂ ਨੰਗੇ ਪੈਰੀ ਚੱਲੇ ਨੇ ਮਹਾਰਾਜ, ਚੋਰ ਸਾਹਿਬ ਕਰਦੇ ਮਹਾਰਾਜ। ਇਸ ਕਰਕੇ ਬੜੇ ਅਦਬ ਸਤਿਕਾਰ ਨਾਲ ਲੈ ਕੇ ਆ ਰਹੇ ਨੇ। ਜਦੋਂ ਇੱਥੇ ਪਹੁੰਚੇ ਹਰਿਮੰਦਰ ਸਾਹਿਬ, ਦੇਖੋ ਇਹ ਤਿਆਰੀ ਸਾਰੀ ਪਹਿਲਾਂ ਹੋ ਚੁੱਕੀ ਹੈ। ਕੱਚਾ ਸਰੋਵਰ ਗੁਰੂ ਰਾਮਦਾਸ ਮਹਾਰਾਜ ਨੇ ਤਿਆਰ ਕਰਾਇਆ, ਉਹਨੂੰ ਪੱਕਾ ਕਰਾਇਆ ਗੁਰੂ ਅਰਜਨ ਦੇਵ ਮਹਾਰਾਜ ਨੇ। ਤੇ ਸਾਧ ਸੰਗਤ ਜੀ, ਫਿਰ ਹਰਿਮੰਦਰ ਸਾਹਿਬ ਵਿੱਚ ਬਣਾਉਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ, ਇਹ ਤਿਆਰੀ ਸਾਰੀ ਹੋ ਚੁੱਕੀ। ਬਾਬਾ ਬੁੱਢਾ ਜੀ ਵਾਲਾ ਬੇਰੀ ਵਾਲਾ ਥੜਾ ਵੀ ਬਣ ਚੁੱਕਾ। ਇੱਧਰ ਥੜੇ ਪਹਿਲਾਂ ਤੋਂ ਹੀ ਬਣੇ ਸੀ। ਵੈਸੇ ਦੁੱਖ ਭੰਜਨੀ ਸਾਹਿਬ ਵਾਲਾ ਥੜਾ ਇਹ ਵੀ ਪਹਿਲਾਂ ਹੀ ਬਣੇ ਸੀ, ਜਦੋਂ ਕੱਚਾ ਸਰੋਵਰ ਸੀ, ਜਦੋਂ ਸੇਵਾ ਸ਼ੁਰੂ ਕੀਤੀ ਸੀ। ਇਹ ਜਿਹੜਾ ਥੜਾ ਸੀ ਨਾ, ਜਿਹੜਾ ਦੁੱਖ ਭੰਜਨੀ ਸਾਹਿਬ ਵਾਲਾ ਥੜਾ ਹੈ, ਉੱਥੇ ਲਿਆ ਕੇ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਨੇ ਪੋਥੀਆਂ ਰੱਖੀਆਂ ਸੀ। ਗੋਇੰਦਵਾਲ ਸਾਹਿਬ ਖੰਡੂਰ ਸਾਹਿਬ ਤੋਂ ਚੱਲ ਕੇ ਮਹਾਰਾਜ ਨੇ ਜਿਹੜੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਉੱਥੇ ਲਿਆ ਕੇ ਰੱਖੀਆਂ। ਜਦੋਂ ਰੱਖੀਆਂ, ਬਾਬਾ ਬੁੱਢਾ ਜੀ ਵੀ ਆਏ, ਭਾਈ ਗੁਰਦਾਸ ਜੀ ਵੀ ਆਏ, ਸੰਗਤਾਂ ਸਾਰੀਆਂ ਇਕੱਤਰ ਹੋ ਗਈਆਂ। ਬੜੀ ਖੁਸ਼ੀ ਹੋਈ ਸਾਰਿਆਂ ਦੇ ਮਨ ਵਿੱਚ। ਮਹਾਰਾਜ ਪੋਥੀਆਂ ਲੈ ਕੇ, ਬਾਣੀ ਲੈ ਕੇ ਸਾਰਿਆਂ ਨੇ ਮੱਥੇ ਟੇਕੇ। ਮਹਾਰਾਜ ਇਹਨਾਂ ਦੀ ਡਿਊਟੀ ਲਾ ਕੇ ਭਾਈ ਗੁਰਦਾਸ ਦੀ, ਬਾਬਾ ਬੁੱਢਾ ਜੀ ਆਪ ਵਿਸ਼ਰਾਮ ਵਾਸਤੇ ਮਹਾਰਾਜ ਗਏ। ਵਿਸ਼ਰਾਮ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤ ਵੇਲੇ ਫਿਰ ਇਸ਼ਨਾਨ ਤੋਂ ਬਾਅਦ ਮਹਾਰਾਜ ਆਉਂਦੇ ਨੇ ਤੇ ਕਹਿੰਦੇ ਨੇ ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਕੋਈ ਥਾਂ ਇਕਾਂਤ 'ਚ ਵੇਖੋ, ਇਕਾਂਤ ਥਾਂ ਵਿੱਚ ਰਮਣੀਕ ਜੀ ਜਗ੍ਹਾ ਹੋਵੇ, ਭਾਲ ਕੀਤੀ ਜਾਵੇ, ਜਿੱਥੇ ਬਾਣੀ ਦੀ ਤਿਆਰੀ ਕੀਤੀ ਜਾਣੀ ਹੈ। ਖੈਰ ਸਾਧ ਸੰਗਤ ਜੀ, ਤੁਹਾਨੂੰ ਦੱਸ ਦਈਏ ਕਿੱਥੇ ਬਾਣੀ ਲਿਖੀ ਗਈ ਹੈ, ਨੋਟ ਕਰ ਲਿਓ, ਬਹੁਤ ਜ਼ਰੂਰੀ ਗੱਲਾਂ ਨੇ ਸੁਣਨ ਵਾਲੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਥੇ ਲਿਖਿਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਕਿੱਥੇ ਇਕੱਤਰ ਕੀਤੀ ਗਈ। ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਥਾਂ ਦੇਖਿਆ, ਮਹਾਰਾਜ ਬੇਰੀਆਂ ਦਾ ਝੁੰਡ ਹੈ, ਛੋਟੀ ਜੀ ਛੱਪੜੀ ਹੈ ਉੱਥੇ। ਮਹਾਰਾਜ ਕਹਿੰਦੇ ਉਹ ਸਾਫ਼ ਕਰੋ, ਉਹ ਸਾਫ਼ ਕੀਤਾ ਗਿਆ। ਮਹਾਰਾਜ ਜਦੋਂ ਗਏ, ਮਹਾਰਾਜ ਕਹਿੰਦੇ ਠੀਕ ਹੈ। ਮਹਾਰਾਜ ਕਹਿੰਦੇ ਜਿਹੜੀ ਛੱਪੜੀ ਇਹਨੂੰ ਸਰੋਵਰ ਬਣਾ ਦਿਓ ਪੁੱਟ ਕੇ। ਛੋਟਾ ਜਿਹਾ ਸਰੋਵਰ ਬਣਿਆ ਉੱਥੇ, ਤੁਹਾਨੂੰ ਦੱਸਦੇ ਹਾਂ ਐਡਰੈਸ, ਜਦੋਂ ਹਰਿਮੰਦਰ ਸਾਹਿਬ ਜਾਇਓ। ਜਿੱਥੇ ਬਾਬਾ ਟਲ ਰਾਏ ਦਾ ਗੁਰਦੁਆਰਾ ਹੈ ਨਾ, ਮਾਤਾ ਕੌਲਾ ਜੀ ਦਾ, ਉੱਥੋਂ ਛੋਟੀ ਜਿਹੀ ਗਲੀ ਜਾਂਦੀ ਹੈ ਨਾ, ਵਿਵੇਕਸਰ ਖੱਬੇ ਹੱਥ, ਵਿਵੇਕਸਰ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਪਹਿਲਾਂ ਰਾਮਸਰ ਹੈ, ਛੋਟਾ ਜਿਹਾ ਸਰੋਵਰ ਹੈ। ਮਹਾਰਾਜ ਉੱਥੇ ਬੈਠਦੇ ਨੇ, ਤੰਬੂ ਬੜੇ ਸੋਹਣੇ ਲਵਾਤੇ ਤੰਬੂ। ਗੁਰੂ ਅਰਜਨ ਦੇਵ ਮਹਾਰਾਜ ਸੱਚੀ ਸਰਕਾਰ ਕਹਿੰਦੇ ਨੇ, ਕੋਈ ਵੀ ਦੋਵਾਂ ਤੋਂ ਵੱਧ ਤੰਬੂ ਦੇ ਵਿੱਚ ਨਹੀਂ ਆਉਣਾ ਚਾਹੀਦਾ, ਕਿਸੇ ਨੂੰ ਕੋਈ ਆਗਿਆ ਨਹੀਂ ਹੈ, ਸਾਰੀ ਸੰਗਤ ਨੂੰ ਕਹਿ ਦਿਓ। ਖੈਰ ਬਾਬਾ ਬੁੱਢਾ, ਭਾਈ ਗੁਰਦਾਸ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਤੰਬੂ ਵਿੱਚ। ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਬੈਠ ਕੇ ਉਪਦੇਸ਼ ਕਰਦੇ ਸੀ, ਮਹਾਰਾਜ ਵੱਲੋਂ ਡਿਊਟੀ ਸੀ, ਸਾਰੀ ਸੇਵਾ ਉਹਨਾਂ ਨੇ ਸੰਭਾਲੀ ਸੀ। ਗ੍ਰੰਥੀ ਦੀ ਅਥਾਰਟੀ ਕਿੱਡੀ ਵੱਡੀ ਹੈ, ਕੋਈ ਜਾਣ ਵੀ ਨਹੀਂ ਸਕਦਾ, ਜਿਹੜੀ ਗ੍ਰੰਥੀ ਨੂੰ ਦਿੱਤੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ। ਪਰ ਗ੍ਰੰਥੀ ਦਾ ਜੀਵਨ ਹੋਣਾ ਚਾਹੀਦਾ ਹੈ, ਜੀਵਨ ਹੀ ਨਹੀਂ ਅੱਜ ਸਾਡੇ ਰਹੇ। ਇਸ ਕਰਕੇ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਨੂੰ ਸਾਰੀ ਹਰਿਮੰਦਰ ਸਾਹਿਬ ਦੀ ਸੇਵਾ ਸੌਂਪੀ ਗਈ। ਉੱਧਰ ਮਹਾਰਾਜ ਬਾਣੀ ਸ਼ੁਰੂ ਕਰਾ ਦਿੱਤੀ ਲਿਖਣੀ। ਭਾਈ ਗੁਰਦਾਸ ਜੀ ਸ਼ਾਹੀ ਦਵਾਤ ਕਾਗਜ਼ ਇਹ ਤਿਆਰੀ ਕੀਤੀ ਗਈ। ਅਤੇ ਮਹਾਰਾਜ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਲਿਖਾਉਣੀ ਸੀ। ਇੱਕ ਇਤਿਹਾਸਕਾਰ ਅਸੀਂ ਪੜ੍ਹ ਰਹੇ ਸੀ, ਉਹਨਾਂ ਨੇ ਲਿਖਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਟਾਈਮ 'ਤੇ ਬਾਣੀ ਦਰਜ ਹੋਈ। ਉਹ ਜਿਹੜੀ ਪੋਥੀ ਸੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦਿੱਤੀ ਗਈ। ਗੁਰੂ ਅੰਗਦ ਦੇਵ ਮਹਾਰਾਜ ਨੇ ਜਿਹੜੀ ਪੋਥੀ ਸੀ ਗੁਰੂ ਅਮਰਦਾਸ ਮਹਾਰਾਜ ਨੂੰ ਦੇ ਦਿੱਤੀ।
ਗੁਰੂ ਅਮਰਦਾਸ ਮਾਰ ਅਤੇ ਸਹਿਸ ਰਾਮ ਦਾ ਇੱਕ ਹੋਇਆ ਪਿਆਰਾ ਗੁਰੂ ਕਾ ਸਿੱਖ, ਉਹਨੇ ਤਿੰਨਾਂ ਗੁਰੂਆਂ ਦੀ ਬਾਣੀ ਇੱਕ ਦਰਜ ਕਰ ਦਿੱਤੀ, ਇਕੱਠੀ ਕਰਤੀ। ਅਤੇ ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ ਜਿਹੜੀਆਂ ਪੋਥੀਆਂ ਸੀ ਫਿਰ ਉਹਨਾਂ ਦੇ ਸਪੁੱਤਰਾਂ ਕੋਲ ਆ ਗਏ, ਬਾਬਾ ਮੋਹਨ ਜੀ ਕੋਲ, ਉੱਥੋਂ ਹੀ ਲੈ ਕੇ ਆਏ ਸੀ ਮਹਾਰਾਜ ਗੁਰੂ ਅਰਜਨ ਦੇਵ। ਹੁਣ ਮਹਾਰਾਜ ਇੱਕ ਬਚਨ ਕਰਦੇ ਨੇ, ਭਾਈ ਗੁਰਦਾਸ ਜਿਹੜੇ ਲਿਖਾਰੀ ਨੇ, ਪਹਿਲੇ ਲਿਖਾਰੀ ਗੁਰੂ ਗ੍ਰੰਥ ਸਾਹਿਬਾਂ ਨੂੰ ਲਿਖਣ ਵਾਲੇ ਭਾਈ ਗੁਰਦਾਸ ਜੀ, ਕਿਤੇ ਭਾਈ ਗੁਰਦਾਸ ਬਾਰੇ ਤੁਸੀਂ ਪੜ੍ਹ ਲਓ ਨਾ, ਦੁਨੀਆ 'ਤੇ ਐਵੇਂ ਦਾ ਵਿਦਵਾਨ ਨਾ ਜੰਮਿਆ ਹੈ ਨਾ ਜੰਮੇਗਾ, ਹੋਏਗਾ ਨਹੀਂ ਐਵੇਂ ਦਾ ਵਿਦਵਾਨ ਦੁਨੀਆ 'ਤੇ। ਅੱਜ ਤੱਕ ਜੇ ਗੁਰੂ ਨਾਨਕ ਦੀ ਬਾਣੀ ਨੂੰ ਕੋਈ ਚੈਲੰਜ ਕਰ ਸਕਿਆ ਤੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਵੀ ਕੋਈ ਚੈਲੰਜ ਕਰਨ ਵਾਲਾ ਜੰਮਿਆ ਨਹੀਂ ਦੁਨੀਆ 'ਤੇ। ਨਹੀਂ ਐਗਜ਼ੈਂਪਲ ਇੰਝ ਨਹੀਂ, ਇਹ ਚੱਲਣੀ ਨਹੀਂ ਇੰਝ। ਜਿਹੜੀ ਐਗਜ਼ੈਂਪਲ ਦੇਤੀ ਨਾ ਵਾਰ ਵਿੱਚ, ਵੱਡਿਆਂ ਨੂੰ ਸਿਰ ਨਿਵਾਉਣਾ ਪਿਆ, ਭਾਵੇਂ USA ਅਮਰੀਕਾ ਜੋ ਉਹਨਾਂ ਦੀ ਯੂਨਾਈਟਿਡ ਕੰਟਰੀ ਹੋਵੇ, ਨਾਸਾ ਵਰਗੀ ਯੂਨੀਵਰਸਿਟੀ ਹੋਵੇ, ਉਹਨਾਂ ਨੂੰ ਵੀ ਸਿਰ ਝੁਕਾਉਣੇ ਪਏ ਨੇ। ਐਡੇ ਵਿਦਵਾਨ ਭਾਈ ਗੁਰਦਾਸ ਜੀ ਲਿਖਦੇ ਨੇ, ਅਜੇ ਸ਼ੁਰੂ ਕਰਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਬਾਣੀ ਇਸ ਤਰ੍ਹਾਂ ਲਿਖਣੀ ਹੈ, ਜਿਹੜੇ ਗੁਰੂ ਦੀ ਬਾਣੀ ਉਹਦਾ ਹੀ ਨਾਂ ਉੱਤੇ ਪਾਉਣਾ, ਮਹੱਲਾ ਪਹਿਲਾ, ਮਹੱਲਾ ਦੂਜਾ, ਦੂਜੇ ਪਾਤਸ਼ਾਹ, ਮਹੱਲਾ ਚੌਥਾ, ਮਹੱਲਾ। ਮਹਾਰਾਜ ਮੈਨੂੰ ਕਿਵੇਂ ਪਤਾ ਲੱਗੇਗਾ? ਕਹਿੰਦੇ ਕਿਵੇਂ ਪਤਾ ਲੱਗੇਗਾ, ਦਸੀਏ। ਬੱਚੇ ਬਾਹਰ ਖੇਡਦੇ ਹੋਣ, ਬਾਹਰ ਮਾਂ ਪਿਤਾ ਭੈਣ ਭਰਾ ਅੰਦਰ ਹੋਣ ਸਾਰੇ ਜੀ, ਇੱਥੋਂ ਤੱਕ ਚਾਚਾ ਚੁੱਚਾ ਵੀ ਕੋਈ ਹੋਵੇ ਅੰਦਰ, ਭਾਵੇਂ ਬੱਚਾ ਬਾਹਰ ਖੇਡਦਾ ਹੋਵੇ, ਅੰਦਰ ਮਾਂ ਬੋਲਦੀ ਹੋਵੇਗੀ, ਬੱਚੇ ਨੂੰ ਪਤਾ ਹੁੰਦਾ ਉਹ ਮੇਰੀ ਮਾਂ ਦੀ ਆਵਾਜ਼ ਹੈ। ਅੰਦਰ ਪਿਓ ਬੋਲਦਾ ਹੋਵੇ, ਪਿਤਾ, ਮੇਰੇ ਪਿਤਾ ਦੀ ਆਵਾਜ਼ ਹੈ। ਭੈਣ ਬੋਲਦੀ ਹੋਵੇ, ਮੇਰੀ ਭੈਣ ਦੀ, ਭਾਵੇਂ ਹੋਰ ਜਿਹੜੀ ਮਰਜ਼ੀ ਬੱਚੀ ਬੈਠੀ ਹੋਵੇ, ਭੈਣ ਦੀ ਆਵਾਜ਼, ਭਰਾ ਦੀ ਆਵਾਜ਼, ਪਤਾ ਲੱਗ ਜਾਂਦਾ ਨਾ। ਆਪਣੇ ਜੀਆਂ ਦੀ ਆਵਾਜ਼ ਸੇਵ ਹੁੰਦੀ ਹੈ ਆਪਣੇ ਮਾਈਂਡ ਵਿੱਚ, ਭਾਵੇਂ ਨਾ ਵੀ ਸੇਵ ਕੀਤਾ ਹੋਵੇ ਨਾ ਮੋਬਾਈਲ 'ਤੇ, ਉਂਝ ਹੀ ਫੋਨ ਨਾਲ ਦੀ ਨਾਲ। ਤੁਸੀਂ ਆ ਬਜ਼ੁਰਗ ਮਾਤਾ ਤਾਂ ਪੜ੍ਹੀਆਂ ਨਹੀਂ ਗਈਆਂ, ਅਤੇ ਇਹਨਾਂ ਨੇ ਭਾਵੇਂ ਨਾਂ ਨਹੀਂ, ਭਾਵੇਂ ਲਿਖਿਆ ਵੀ ਹੋਵੇ, ਕੀ ਕਾਂਟੇ ਮਾਟੇ ਜੇ ਮਾਰੇ, ਇਹਨਾਂ ਨੂੰ ਕੀ ਪਤਾ ਕਿੰਦਾ ਨਾਂ ਸੇਵ ਕੀਤਾ ਹੋਇਆ। ਪਰ ਪੁੱਤਰ ਦਾ ਫੋਨ ਆ ਜੇ ਬਾਹਰੋਂ USA 'ਚੋਂ, ਭਾਵੇਂ ਸਾਲ ਬਾਅਦ ਆਵੇ, 2 ਸਾਲ, ਉਦੋਂ ਹੀ ਆਵਾਜ਼ ਪਛਾਣ ਲੇਗੀ, ਮਾਤਾ ਹੁੰਦਾ ਨਾ। ਮਹਾਰਾਜ ਕਹਿਣ ਲੱਗੇ, ਆਪਣੇ ਜੀਆਂ ਦੀ, ਆਪਣੇ ਮਾਤਾ ਪਿਤਾ ਦੀ ਆਵਾਜ਼ ਦਾ ਪਤਾ ਹੋਇਆ ਕਰਦਾ ਹੈ। ਹੁਣ ਤੁਸੀਂ ਆਪ ਹੀ ਅਨੁਮਾਨ ਲਾ ਲਿਓ, ਜਦੋਂ ਅਸੀਂ ਸ਼ਬਦ ਉਚਾਰਾਂਗੇ ਕਿ ਇਹ ਗੁਰੂ ਨਾਨਕ ਦਾ ਹੈ, ਗੁਰੂ ਅੰਗਦ ਦਾ ਹੈ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਦਾ, ਆਪ ਹੀ ਅਨੁਮਾਨ ਲਾ ਲਿਓ। ਜਦੋਂ ਪਤਾ ਲੱਗ ਜੇ ਫਿਰ ਲਿਖ ਦਿਓ, ਮਹੱਲਾ ਪਹਿਲਾ ਮੇਰੇ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ, ਮਹੱਲਾ ਦੂਜਾ ਮੇਰੇ ਗੁਰੂ ਅੰਗਦ ਦੇਵ ਮਹਾਰਾਜ ਦਾ ਸ਼ਬਦ ਹੁਣ ਆ ਰਿਹਾ ਹੈ, ਹੁਣ ਮੇਰੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆ ਰਹੀ ਹੈ, ਹੁਣ ਮੇਰੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਆ ਰਹੀ ਹੈ। ਵੇਖ ਲਓ ਕਿੱਡੇ ਵਿਦਵਾਨ ਹੋਣਗੇ। ਜਦੋਂ ਮਹਾਰਾਜ ਉਚਾਰਦੇ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਪਹਿਲੇ ਪਾਤਸ਼ਾਹ ਦੀ ਬਾਣੀ। ਜਦੋਂ ਮਹਾਰਾਜ ਨੇ ਉਚਾਰਿਆ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਇਹ ਪਹਿਲੀ ਬਾਣੀ ਰਾਗ ਤੋਂ ਰਹਿਤ ਲਿਖੀ ਗਈ। ਫਿਰ 100 ਦਰ ਦੇ ਸ਼ਬਦ ਆਉਂਦੇ ਨੇ, ਰਹਿ ਰਾਸ ਦੇ ਕੁਛ। ਫਿਰ ਸੁਹੇਲਾ ਸਾਹਿਬ ਬਾਣੀ ਦੇ 5 ਸ਼ਬਦ ਆਉਂਦੇ ਨੇ 13 ਤੱਕ। ਫਿਰ 14 ਅੰਗ ਤੋਂ ਸ੍ਰੀ ਰਾਗ ਸ਼ੁਰੂ ਹੁੰਦਾ ਹੈ। ਮਹਾਰਾਜ ਉਚਾਰਨ ਕਰੀ ਜਾਂਦੇ ਨੇ। ਇਹ 1661 ਸਨ 'ਚ ਸ਼ੁਰੂ ਹੋਈ ਹੈ ਬਾਣੀ, 1664 ਵਿੱਚ ਪੂਰੀ ਹੋਈ ਹੈ। ਚੌਥੇ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰਾ ਸਰੂਪ ਤਿਆਰ, ਜਿਹੜਾ ਅੱਜ ਪਹਿਲਾ ਪ੍ਰਕਾਸ਼, ਜਿਹੜਾ ਦਿਹਾੜਾ ਆਪਾਂ ਮਨਾ, ਚੌਥੇ ਸਾਲ 'ਚ ਜਾ ਕੇ ਸੰਪੂਰਨ ਹੋਇਆ। ਇੰਨੀ ਮਸੱਕਤ, ਇੰਨੀ ਘਾਲਣਾ। ਇਸ ਕਰਕੇ ਸਾਧ ਸੰਗਤ ਜੀ, ਜਦੋਂ ਮਹਾਰਾਜ ਬਾਣੀ ਲਿਖ ਰਹੇ ਨੇ, ਬਾਣੀ ਪਹੁੰਚ ਗਈ ਹੈ ਇੱਥੇ ਭੱਟਾਂ ਦੇ ਸਵਈਆਂ। ਸੰਸਕ੍ਰਿਤ ਮਹਾਰਾਜ ਨੇ ਲਿਖ ਦਿੱਤੀ ਹੈ, ਜਿਹੜੀ 1355 ਦੇ ਲਗਭਗ ਸ਼ੁਰੂ ਹੁੰਦੀ ਹੈ। ਭੱਟ ਸਾਹਿਬਾਨ ਦੀ ਬਾਣੀ ਸ਼ੁਰੂ ਹੁੰਦੀ ਹੈ, ਜਿਹੜੇ ਸਵਈਏ ਸ਼ੁਰੂ ਹੁੰਦੇ ਨੇ, ਕੋਈ 1385, 86, 87 ਦੇ ਲਗਭਗ। ਇਸ ਤਰ੍ਹਾਂ ਮਹਾਰਾਜ ਨੇ ਬਾਣੀ ਜਦੋਂ ਇਹ ਇਕੱਤਰ ਕਰ ਦਿੱਤੀ ਅਤੇ ਭਗਤਾਂ ਨੂੰ ਪਤਾ ਲੱਗਿਆ, ਭਗਤ ਆ ਗਏ। ਉਹ ਭਗਤਾਂ ਦੇ ਨਾਂ ਦੱਸੇ ਨੇ, ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ, ਲਾਹੌਰ ਦੇ ਰਹਿਣ ਵਾਲੇ ਸੀ। ਆ ਗਏ, ਮਹਾਰਾਜ
ਅਸੀਂ ਜਿਉਂਦੇ ਭਗਤ ਇੱਥੇ ਆ, ਤੁਹਾਨੂੰ ਜਿਉਂਦੇ ਦਿਸਦੇ ਨਹੀਂ। ਜਿਹੜੇ ਦੁਨੀਆ ਤੋਂ ਤੁਰ ਗਏ ਉਹਨਾਂ ਦੀ ਬਾਣੀ ਲਿਖਦੇ ਫਿਰਦੇ ਹੋ। ਸਾਡਾ ਨਹੀਂ ਪਤਾ ਅਸੀਂ ਭਗਤ ਹਾਂ। ਉਹ ਤਾਂ ਭਗਤ ਹੀ ਨਹੀਂ ਹੁੰਦਾ ਜਿਹੜਾ ਕਹਿੰਦਾ ਮੈਂ ਸੰਤ ਹਾਂ, ਮੈਂ ਭਗਤ ਹਾਂ। ਇੱਥੋਂ ਹੀ ਪਤਾ ਲੱਗ ਜਾਂਦਾ। ਉਹ ਜਦੋਂ ਕਿਹਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਉਚਾਰੋ ਬਾਣੀ। ਕਾਨਾ ਉਚਾਰਦਾ ਬਾਣੀ, ਫਿਰ ਚੁੱਪ ਵੇ ਅੜਿਆ ਚੁੱਪ, ਜੋ ਬੋਲਣ ਦੀ ਨਹੀਂ ਜਾਏ ਵੇ ਅੜਿਆ ਚੁੱਪ ਵਿੱਚ। ਮਹਾਰਾਜ ਕਹਿੰਦੇ ਜੇ ਚੁੱਪ ਹੀ ਵੱਟ ਛੱਡਣੀ ਹੈ ਤੇ ਮੂੰਹ ਕਾਹਦੇ ਵਾਸਤੇ ਲਾਇਆ ਰੱਬ ਨੇ? ਜਾ ਤੇਰੀ ਬਾਣੀ ਦਾ ਆਸਾ ਨਹੀਂ ਮਿਲਦਾ। ਮਹਾਰਾਜ ਮੇਰੀ ਬਾਣੀ ਤੁਸੀਂ ਨਹੀਂ ਦਰਜ ਕੀਤੀ ਨਾ, ਪਛਤਾਓਗੇ। ਮਹਾਰਾਜ ਕਹਿੰਦੇ ਕੀ ਪਛਤਾਉਣਾ ਹੈ? ਇਸ ਤਰ੍ਹਾਂ ਹੋਏਗਾ, ਉਸ ਤਰ੍ਹਾਂ ਹੋਏਗਾ, ਸਖਤੀ। ਮਹਾਰਾਜ ਕਹਿੰਦੇ, ਮਹਾਰਾਜ ਨੇ ਜਾਣਿਆ ਵੀ ਜੇ ਇਹ ਤੁਰ ਗਿਆ ਨਾ, ਇਹਨੇ ਉਹਨਾਂ ਵਿੱਚ ਆਪਣੀ ਥਾਂ ਬਣਾ ਲੈਣੀ ਹੈ, ਭਗਤਾਂ ਵਿੱਚ ਉੱਚੀ ਥਾਂ। ਵੀ ਮੈਂ ਕਿਹਾ ਸੀ ਮਹਾਰਾਜ ਨੂੰ, ਇੰਜ ਹੋਇਆ ਕਿ ਨਹੀਂ ਹੋਇਆ? ਮਹਾਰਾਜ ਕਹਿੰਦੇ ਜੇ ਇਹ ਗੱਲ ਹੈ ਨਾ, ਤੈਨੂੰ ਫਿਰ ਦੱਸਦੇ ਹਾਂ। ਤੂੰ ਪਹੁੰਚੇਗਾ ਨਹੀਂ ਲਾਹੌਰ। ਕਹਿੰਦਾ ਮੇਰੀ 500 ਸਾਲ ਦੀ ਉਮਰ ਹੈ। ਮਹਾਰਾਜ ਕਹਿੰਦੇ ਬਚਨ ਵੀ ਫਿਰ ਪੂਰੇ ਗੁਰੂ ਨੇ ਕੀਤਾ, ਪਹੁੰਚੇਗਾ ਨਹੀਂ ਲਾਹੌਰ। ਨਹੀਂ ਮੈਂ ਯੋਗਾ ਅਭਿਆਸ ਕਰਦਾ, ਫਲਾਣਾ ਕਰਦਾ, 500 ਸਾਲ ਦੀ ਉਮਰ ਹੈ। ਮਹਾਰਾਜ ਕਹਿੰਦੇ ਯਾਦ ਰੱਖੀ। ਫਿਰ ਜਦੋਂ ਗਿਆ, ਰੱਥ ਦਾ ਇੱਕ ਟਾਇਰ ਜਿਹੜਾ ਪਹੀਆ ਟੁੱਟਿਆ, ਨਿਕਲਿਆ, ਟੁੱਟਿਆ, ਡਿੱਗਿਆ। ਜਦੋਂ ਫਿਰ ਡਿੱਗਿਆ, ਉਹੀ ਪਹੀਆ ਉਹਦੇ ਸਿਰ 'ਤੇ ਉੱਤੇ ਚੜ੍ਹ ਗਏ। ਦਸਮ ਦੁਆਰ 'ਚ ਸਰਾਵਾ ਚੜ੍ਹਾ ਲੈਂਦਾ ਸੀ ਨਾ, ਬੰਦ ਕਰ ਲੈਂਦਾ ਸੀ ਉਮਰ ਨੂੰ। ਕਰ ਸਕਦੇ ਨੇ ਉਮਰ ਵਧਾ ਸਕਦੇ ਨੇ 500 ਸਾਲ। ਜਿਵੇਂ ਅੱਜ 5.25 ਨਹੀਂ ਹੋਏ, ਇੱਥੇ ਸੈੱਲ ਕੱਢ ਦਿਓ, ਕੱਲ੍ਹ ਨੂੰ ਪਾ ਦਿਓ 5.25 ਦੇ, ਇੱਥੋਂ ਹੀ ਚੱਲ ਜਾਣਾ। ਇਹ ਸਾਧਨਾ ਹੈ। ਦਸਮ ਦੁਆਰ 'ਚ ਸਵਾਸ ਚੜ੍ਹਾ ਕੇ ਸਭ ਰੁਕ ਜਾਂਦੇ ਨੇ ਸਵਾਸ, ਉੱਥੇ ਫਿਰ ਉਮਰ ਵਧੀ ਜਾਂਦੀ ਵਧੀ ਜਾਂਦੀ। ਉਂਝ ਵੀ ਆਪਾਂ 24 ਘੰਟੇ 'ਚ ਇੰਝ ਬਹਿਣਾ ਸ਼ੁਰੂ ਕਰ ਦਈਏ ਨਾ ਰੀੜ੍ਹ ਦੀ ਹੱਟੀ, ਉਮਰ ਵੱਧ ਜਾਂਦੀ। ਬੈਠਤ 12 ਚਲਤੇ 18, ਸੋਵਤ ਚਲੇ 32, ਮੈਥਨ ਕਰਤੇ 64 ਚਲਤੇ। ਕਿਉਂ ਨਾ ਭਜੈ ਜਗਦੀਪ। ਪਰ ਆਪਣਾ ਵਿਸ਼ਾ ਨਹੀਂ ਇੱਥੇ ਥੋੜ੍ਹਾ ਜਿਹਾ, ਕਿਉਂਕਿ ਸਮਾਗਤੀ ਵਾਲੇ ਪਾਸੇ ਚੱਲੀਏ ਆਪਾਂ। ਇਸ ਕਰਕੇ ਸਾਧ ਸੰਗਤ ਜੀ, ਉਹ ਵੀ ਮਰ ਗਿਆ ਰਾਹ 'ਚ ਜਾ ਕੇ ਜਿਹੜਾ ਬੋਲਦਾ ਸੀ। ਫਿਰ ਛੱਜੂ ਆਇਆ ਅਤੇ ਸ਼ਾਹ ਹੁਸੈਨ ਵਰਗੇ ਆਏ, ਪੀਲੂ ਆਇਆ। ਇੱਕ ਕਹਿੰਦਾ ਜੀ ਉਹੀ ਰੀ ਜਿਵੇਂ ਉਹੀ ਰੀ ਜਿਹਨੇ ਸਗਲੀ ਧਰਤੀ ਮੋਈ ਮਾਰ। ਕਹਿੰਦੇ ਹੁੰਦੀ ਭਰੀ ਜਲ, ਤੇਰੀ ਵੀ ਨਹੀਂ ਦਰਜ ਹੋਣੀ। ਇੱਥੇ ਤਾਂ ਜਿਨ੍ਹਾਂ ਦੀ ਅਕਾਲ ਪੁਰਖ ਦੇ ਆਸੇ ਨਾਲ ਮਿਲਦੀ, ਗੁਰੂ ਨਾਨਕ ਦੇ ਆਸੇ ਨਾਲ ਮਿਲਦੀ ਬਾਣੀ, ਉਹਨਾਂ ਦੀ ਬਾਣੀ ਦਰਜ ਕੀਤੀ ਜਾਣੀ। ਹੰਮਾ ਤੁਮਾਂ ਦੀ ਬਾਣੀ ਨਹੀਂ ਇਹਦੇ ਵਿੱਚ ਦਰਜ ਹੋਣੀ। ਨਹੀਂ ਦਰਜ ਕੀਤੀ, ਚਾਰੇ ਭਗਤ ਖਾਲੀ ਮੁੜਾਏ। ਸਾਧ ਸੰਗਤ ਜੀ, ਉਸ ਸਮੇਂ ਦੇ ਭਾਵੇਂ ਸਰਕਾਰਾਂ ਨੇ ਵੀ ਜ਼ੋਰ ਪਾਇਆ, ਲਿਖ ਦੇਣੇ ਚਾਹੀਦੇ ਸਾਡੀ ਹਜ਼ਰਤ ਮੁਹੰਮਦ ਦੀ। ਮਹਾਰਾਜ ਕਹਿੰਦੇ ਨਾ, ਵੇਖ ਲਓ, ਕਿਸੇ ਦੀ ਪਰਵਾਹ ਨਹੀਂ ਰੱਖਦਾ ਗੁਰੂ ਘਰ। ਆਪਾਂ ਗੁਰੂ ਘਰ ਕੋਈ ਆ ਜੇ, ਕੋਈ ਕੱਚੜ ਪਿੱਲੜ ਜਾਂ ਮੰਤਰੀ, ਕੋਈ ਲੀਡਰ ਹੈ, ਗੁਰੂ ਮਹਾਰਾਜ ਦਾ ਵੀ ਸਤਿਕਾਰ ਭੁੱਲ ਜਾਂਦੇ, ਅੱਗੇ ਪਿੱਛੇ ਲੱਗੇ ਫਿਰਦੇ। ਜਿਹੜੀ ਸੱਚੀ ਸਰਕਾਰ ਹੈ, ਜਿਹਨੇ ਰਾਜ ਪਾਕਦੇ ਨੇ, ਉਹਦਾ ਸਤਿਕਾਰ ਮੁੱਖ ਰੱਖਿਆ ਕਰੋ। ਇਹੋ ਜਿਹੇ ਤਾਂ ਆਉਂਦੇ ਜਾਂਦੇ ਨੇ, ਵਾਧੂ ਬਣਦੇ ਫਿਰਦੇ ਨੇ। ਮਹਾਰਾਜ ਦਾ ਸਤਿਕਾਰ ਸਿਰਮੌਰ ਰੱਖਿਆ ਕਰੋ ਅੱਗੇ। ਇਹ ਸੁਪਰੀਮ ਪਾਵਰਸ ਹੈ, ਰਾਜਿਆਂ ਨੂੰ ਰਾਜਾ ਬਣਾਉਣ ਵਾਲਾ ਹੈ। ਤੁਮੋ ਸਭ ਰਾਜਨ ਕੇ ਰਾਜਾ। ਆ ਦੇਖੀਦਾ ਕਈ ਮਹਾਰਾਜ ਦਾ ਸਤਿਕਾਰ ਘੱਟ, ਬੰਦੇ ਕਿਸੇ ਲੀਡਰ ਨੇ ਆਉਣਾ ਲੱਗੇ ਅੱਗੇ ਪਿੱਛੇ ਘੰਟਾ ਹੀ ਪਹਿਲਾਂ ਜਾ ਕੇ ਬਹਿ ਜਾਏਗਾ, ਮੰਤਰੀ ਨੇ ਆਉਣਾ ਹੈ। ਜਿਹੜਾ ਸੱਚਾ ਪਾਤਸ਼ਾਹ ਦਿਹਾੜਾ ਆਉਂਦਾ, ਉਦੋਂ ਕਿਤੇ ਮਸਾਂ ਹੀ 5-10 ਮਿੰਟ ਮਿਲਦੇ ਨੇ। ਉੱਥੇ ਭਾਵੇਂ 4 ਘੰਟੇ ਬੈਠੇ ਰਹਿਣ ਸਾਰਾ ਦਿਨ। ਗੁਰੂ ਨਾਲ ਪਿਆਰ ਹੈ ਜੀ, ਅਸੀਂ ਸਿੱਖ ਹੁੰਦੇ ਹਾਂ। ਕਿੰਨਾ ਕੁ ਪਿਆਰ ਹੈ ਉਹ ਦਿਸੀ ਜਾਂਦਾ। ਕਿੰਨੇ ਕੁ ਪਿਆਰ ਵਿੱਚ ਬਹਿਣਾ ਤੂੰ ਗੁਰੂ ਦੇ ਨਾਲ ਜੁੜ ਕੇ ਬਾਣੀ ਨਾਲ, ਕਿੰਨਾ ਕੁ ਘਰ ਪਾਠ ਕਰਦਾ ਹੈ, ਤੂੰ ਸਿਮਰਨ ਕਰਦਾ ਹੈ, ਉਹ ਜਾਣਦਾ ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਪਿਆਰ ਹੋਣਾ ਚਾਹੀਦਾ ਗੁਰੂ ਨਾਲ। ਗੁਰੂ ਨਾਲ ਪਿਆਰ ਹੈ, ਸਾਰਾ ਕੁਛ ਹੀ ਹੈ। ਇਸ ਕਰਕੇ ਸਾਧ ਸੰਗਤ ਜੀ, ਸਾਰੇ ਭਗਤ ਮੋੜ 'ਤੇ ਗੁਰੂ ਨੇ ਕੋਈ ਪਰਵਾਹ ਨਹੀਂ ਕੀਤੀ। ਕਿਸੇ ਦੀ ਬਾਣੀ ਜ਼ੋਰ ਪਾਉਣ 'ਤੇ, ਕਿਸੇ ਸਰਕਾਰੇ ਦਰਬਾਰੇ ਦੀ ਆਵਾਜ਼ ਆਉਣ 'ਤੇ ਨਹੀਂ ਲਿਖੀ। ਇਹਦੇ 'ਚ ਸਿਰਫ ਤਾਂ ਸਿਰਫ ਅਕਾਲ ਪੁਰਖ ਦੀ ਸਿਫਤ ਲਿਖੀ ਜਾਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਧੁਰਕੀ ਬਾਣੀ ਲਿਖੀ ਜਾਣੀ ਹੈ। ਸਾਧ ਸੰਗਤ ਜੀ, ਉਹ ਬਾਣੀ ਹੈ ਜਿੰਨੇ ਦੁਨੀਆ ਦੇ ਗ੍ਰੰਥ ਨੇ ਨਾ, ਬਾਈਬਲ, ਕੁਰਾਨ, ਗੀਤਾ, ਭਾਵੇਂ 4 ਵੇਦ ਲਾ ਲਓ, ਇਹ ਉਹਨਾਂ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੇ ਲਿਖੇ ਨੇ, ਨਾ ਕਿ ਉਹਨਾਂ ਦੇ ਵਲੀਆਂ ਨੇ ਲਿਖੇ ਨੇ, ਉਹਨਾਂ ਦੇ ਮੁਰਸ਼ਿਦਾਂ ਨੇ ਲਿਖੇ ਨੇ। ਵਧਾ ਘਟਾ ਕੇ ਬਾਅਦ 'ਚੋਂ ਲਿਖੇ ਗਏ ਨੇ, ਉਹਨਾਂ ਦੇ ਸਿੱਖ ਸੇਵਕਾਂ ਨੇ ਲਿਖੇ ਨੇ। ਕੋਈ 2 ਗੱਲਾਂ ਘੱਟ, 4 ਵੱਧ ਪਾਤੀਆਂ। ਪਰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਗ੍ਰੰਥ ਨੇ ਦੁਨੀਆ ਦੇ ਵਿੱਚ,
ਜਿਹੜੇ ਗੁਰੂਆਂ ਨੇ ਆਪ ਲਿਖਾਏ ਨੇ ਬਿਠਾ ਕੇ। ਤਾਂ ਕਰਕੇ ਇਹਦੀ ਬਰਾਬਰਤਾ ਨਹੀਂ, ਗ੍ਰੰਥ ਤਾਂ ਦੁਨੀਆ 'ਤੇ ਹਜ਼ਾਰਾਂ ਹੀ ਹੋਣਗੇ, ਪਰ ਸਾਧ ਸੰਗਤ ਜੀ ਜੇ ਦੁਨੀਆ ਵਿੱਚ ਮੱਥਾ ਟਿਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਆਲ ਵਰਲਡ ਵਿੱਚ ਪੂਜਾ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਇਸ ਕਰਕੇ ਇੱਥੋਂ ਤੱਕ ਸਾਡੀ ਅਦਾਲਤ ਨੇ ਵੀ ਕਹਿਤਾ ਤੋ 10 ਗੁਰੂ ਜਿਉਂਦਿਆਂ ਜਾਗਦਿਆਂ ਦੀ ਜੋਤ ਹੈ ਗੁਰੂ ਗ੍ਰੰਥ, ਇਹਦੇ ਨਾ ਜ਼ਮੀਨ ਲਾਓ ਨਾ ਲਵਾਓ, ਜਿਵੇਂ ਮਰਜ਼ੀ ਲੱਗ ਸਕਦੀ। ਕਹਿੰਦੇ ਪ੍ਰਤੱਖ ਗੁਰੂ ਨੇ ਤੁਹਾਡੇ, ਹਾਜ਼ਰ ਨਾਜ਼ਰ ਨੇ, ਸਾਖਿਆਤ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਪਣੇ ਹੱਥੀਂ ਆਪ ਕਹਿ ਕੇ ਕਿ ਭਾਈ ਗੁਰਦਾਸ ਤੋਂ ਲਿਖਾਈ ਬਾਣੀ ਆਪ ਕਹਿ ਕੇ, ਆਪ ਕੋਲ ਬੈਠ ਕੇ ਇਹ ਸਾਰੀ ਬਾਣੀ ਦਰਜ ਕੀਤੀ ਜਾ ਰਹੀ ਹੈ ਮਹਾਰਾਜ। ਇਸ ਵਕਤ ਭੱਟ ਵੀ ਆਏ, ਇੱਥੋਂ ਤੱਕ ਲਿਖਿਆ ਕਿ 4 ਵੇਦ ਜਿਹੜੇ ਸੀ ਉਹ ਰੂਪ ਧਾਰ ਕੇ ਭੱਟਾਂ ਦਾ 11 ਭੱਟਾਂ ਦੀ ਜਿਹੜੀ ਬਾਣੀ ਮਹਾਰਾਜ ਵਿੱਚ, ਉਹ ਫਿਰ ਇੱਕ ਭੱਟ ਜਿਹੜੇ ਇੱਕ ਵੇਦ ਦੇ 4 ਭੱਟ, ਇਸ ਤਰ੍ਹਾਂ 3 ਉਹਨਾਂ ਨੇ ਫਿਰ ਬਾਣੀ ਜਿਹੜੀ ਉਚਾਰਨ ਕੀਤੀ, ਜਿਹੜੇ ਭੱਟਾਂ ਦੀ 101 ਸਵਈਏ ਨੇ ਮਹਾਰਾਜ ਦੇ ਵਿੱਚ। ਭਗਤਾਂ ਦੀ ਬਾਣੀ ਆਉਂਦੀ ਹੈ, ਭਗਤਾਂ ਦੀ ਬਾਣੀ ਲਿਖਦੇ ਸਭ ਤੋਂ ਜ਼ਿਆਦਾ ਭਗਤ ਕਬੀਰ 540 ਸ਼ਬਦ, ਫਿਰ ਲਿਖਦੇ ਨੇ ਭਗਤ ਨਾਮਦੇਵ ਦੇ 61 ਸ਼ਬਦ, ਫਿਰ ਭਗਤ ਰਵਿਦਾਸ ਦੇ 40 ਸ਼ਬਦ, ਫਿਰ ਸੱਤਾ ਅਤੇ ਬਲਵੰਡ ਇਹਨਾਂ ਦੇ 8 ਪੌੜੀਆਂ ਨੇ, 3 ਇੱਕ ਦੀਆਂ 5 ਇੱਕ ਦੀਆਂ। ਬਾਕੀ ਜਿੰਨੇ ਭਗਤ ਨੇ 1 2 2 3 1 2 2 3 ਇਸ ਤਰ੍ਹਾਂ ਹੀ ਸ਼ਬਦ ਆਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਦੇ 974 ਸ਼ਬਦ ਆਉਂਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਦੇ 62 ਸ਼ਬਦ ਦਰਜ ਕੀਤੇ ਗਏ, ਗੁਰੂ ਅਮਰਦਾਸ ਮਹਾਰਾਜ ਦੇ 907 ਦਰਜ ਕੀਤੇ ਗਏ, ਗੁਰੂ ਰਾਮਦਾਸ ਮਹਾਰਾਜ ਦੇ 679 ਸ਼ਬਦ ਦਰਜ ਕੀਤੇ ਗਏ, ਗੁਰੂ ਅਰਜਨ ਦੇਵ ਮਹਾਰਾਜ ਦੇ 2218 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੇ ਗਏ। ਜਦੋਂ ਇਸ ਤਰ੍ਹਾਂ ਸਾਰੀ ਬਾਣੀ ਇਕੱਤਰ ਹੋ ਗਈ, ਤਿਆਰੀ ਕਰ ਦਿੱਤੀ ਸਾਰੀ ਸਾਧ ਸੰਗਤ ਜੀ, ਫਿਰ ਹਰਿਮੰਦਰ ਸਾਹਿਬ ਦੇ ਵਿੱਚ, ਕਿਉਂਕਿ ਸਮਾਂ ਆਗਿਆ ਨਹੀਂ ਦਿੰਦਾ ਆਪਾਂ ਹੋਰ ਵਿਸਤਾਰ ਚਲੇ ਜਾਈਏ, ਹਰਿਮੰਦਰ ਸਾਹਿਬ ਵਿੱਚ ਤਿਆਰੀ ਕੀਤੀ ਗਈ। ਕਈ ਵਿਦਵਾਨਾਂ ਦੇ ਇੱਥੇ ਖਿਆਲਾਤ ਨੇ। ਬਾਬਾ ਬੁੱਢਾ ਜੀ ਨੂੰ ਪੁੱਛਿਆ ਗਿਆ, ਬਾਬਾ ਬੁੱਢਾ ਜੀ ਕਹਿਣ ਲੱਗੇ ਉਹ ਹੈ ਸਥਾਨ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ, ਹਰਿਮੰਦਰ ਸਾਹਿਬ। ਭਾਵੇਂ ਮਹਾਰਾਜ ਜਾਣਦੇ ਸੀ, ਅੰਤਰਜਾਮੀ ਸੀ, ਤਾਂ ਹੀ ਜਾਣ ਕੇ ਮਹਾਰਾਜ ਨੇ ਪਹਿਲਾ ਸਥਾਨ ਬਣਵਾਇਆ। ਸਾਰੀ ਤਿਆਰੀ ਕੀਤੀ ਗਈ। ਅੱਜ ਵਾਲਾ ਦਿਨ ਆ ਗਿਆ। ਦੇਖੋ ਹਰਿਮੰਦਰ ਸਾਹਿਬ ਤੁਸੀਂ ਰਾਤ ਦੇਖਿਆ ਹੋਣਾ, ਦਰਸ਼ਨ ਕੀਤੇ ਹੋਣੇ, ਕਿੰਨਾ ਸੋਹਣਾ ਲੱਗ ਰਿਹਾ। ਲੱਖਾਂ ਦੇ ਤਾਂ ਫੁੱਲ ਹੀ ਲੱਗ ਜਾਂਦੇ ਨੇ, ਕਰੋੜਾਂ ਦੇ, ਇੰਨੀ ਭਾਵਨਾ। ਕਿਉਂਕਿ ਇਸ ਤੋਂ ਉੱਪਰ ਹੈ ਵੀ ਕੀ ਹੈ, ਮੇਨ ਦਿਹਾੜਾ ਇਹ ਹੈ ਸਿੱਖ ਧਰਮ ਵਿੱਚ ਸਭ ਤੋਂ ਮਹਾਨ ਮੇਨ ਦਿਹਾੜਾ ਜੇ ਆਪਾਂ ਸਮਝੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਇਸ ਕਰਕੇ ਭਾਵੇਂ ਉਹ ਅੱਗੇ ਦਿਹਾੜਾ ਆਉਂਦਾ ਸੀ 1 ਸਤੰਬਰ ਨੂੰ, ਪਹਿਲਾਂ ਬੰਨ੍ਹ ਦਿੱਤਾ ਸੀ, ਹੁਣ ਵੀ 1 ਸਤੰਬਰ ਦਾ ਵੀ ਲਿਖਿਆ ਹੋਇਆ ਡਾਇਰੀਆਂ ਵਿੱਚ ਨਾਨਕਸ਼ਾਹੀ ਮੁਤਾਬਕ, ਪਰ ਜਿਵੇਂ ਪੰਥ ਦਾ ਹੁਕਮ ਉਹ ਅੱਜ ਦਾ ਮਨਾਇਆ ਗਿਆ। ਵੈਸੇ ਭਾਦੋਂ ਵਧੀ ਏਕਮ ਵੀ ਆਉਂਦਾ ਦਰਜ ਕਈਆਂ ਥਾਵਾਂ 'ਤੇ, ਪਰ ਸਾਧ ਸੰਗਤ ਜੀ ਅੱਜ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਪਾਵਨ ਦਿਹਾੜਾ, ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏ। ਮਹਾਰਾਜ ਤਿਆਰੀ ਹੋ ਗਈ। ਹੁਣ ਮਹਾਰਾਜ ਜਾਣਦੇ ਵੀ ਗ੍ਰੰਥੀ ਕਿਹਨੂੰ ਲਾਈਏ, ਕੋਈ ਸੂਝਵਾਨ ਸਿਆਣਾ ਹੋਵੇ, ਆਪ ਸੂਝਵਾਨ ਹੋਏਗਾ, ਸਿਆਣਾ ਹੋਏਗਾ, ਉਹੀ ਤਾਂ ਦੱਸੇਗਾ। ਹੁਣ ਕਈ ਸਾਨੂੰ ਕਹਿਣਗੇ ਉੱਥੇ ਇੰਨੇ ਪੈਸੇ ਗ੍ਰੰਥੀ ਨੂੰ ਮਿਲਦੇ ਨੇ, ਉੱਥੇ ਇੰਨੇ, ਫਿਰ ਵੇਖ ਲਓ ਕਾਬਿਲਤ, ਵੇਖ ਲਓ ਤੁਸੀਂ। ਫਿਰ ਜਪਜੀ ਸਾਹਿਬ ਦੀ ਰਹਿਰਾਸੀ ਬਣਦੀ ਸਵੇਰੇ, ਮੁੰਦਾ ਸੰਤੋਖ ਨਹੀਂ ਚੱਲਦਾ ਉੱਥੇ, ਫਿਰ ਆਸਾ ਮਹੱਲਾ ਚੱਲਦਾ, ਸੁਣ ਵੱਡਾ ਆਖਾਂ, ਪਿੰਡ ਦੇ ਵੀ ਸੁਣੀ ਜਾਂਦੇ ਨੇ, ਆਵਾਜ਼ ਬੜੀ ਵਧੀਆ। ਸਵੇਰੇ ਜਪਜੀ ਸਾਹਿਬ 'ਚ ਰਹਿ ਰਸ ਬਣ ਜਾਂਦੀ, ਫਿਰ ਉਹਨਾਂ ਕੋਲੋਂ ਆਪਣੇ ਆਪ ਹੀ ਬਣ ਜਾਂਦੀ ਹੈ। 100 ਦਰ 'ਤੇ ਜਾ ਕੇ ਉੱਥੇ ਪਤਾ ਲੱਗਦਾ ਹੁੰਦਾ। ਫਿਰ ਸਸਤਾ ਬੜਾ ਜੀ, ਉਹ ਉਹਨੂੰ ਬੜੇ ਘੱਟ ਮਿਲਦੇ ਨੇ। ਤੇ ਜੇ ਮਨ 'ਚ ਫੁਰਨਾ ਹੋਵੇ ਪੂਰਾ ਵੀ ਕਰ ਲੈਣਾ ਚਾਹੀਦਾ, ਕੋਈ ਚੱਕਰ ਵੀ ਨਹੀਂ ਹੈ, ਮਨ ਵਿੱਚ ਹੋਵੇ ਵੀ ਕਿਤੇ। ਇਸ ਕਰਕੇ ਸਾਧ ਸੰਗਤ ਜੀ ਬੜੇ ਸੂਝਵਾਨ, ਬੜੇ ਲਾਕਿਅਤ, ਬੜੇ ਵਿਦਵਾਨ, ਬੜੇ ਗੁਰਬਾਣੀ ਨਾਲ ਪਿਆਰ ਰੱਖਣ ਵਾਲੇ, ਸ਼ਰਧਾ ਭਾਵਨ ਵਾਲੇ ਬਾਬਾ ਬੁੱਢਾ ਜੀ, ਉਹਨਾਂ ਵੱਲ ਇਸ਼ਾਰਾ ਗਿਆ, ਮਹਾਰਾਜ ਦਾ ਧਿਆਨ ਗਿਆ। ਫਿਰ ਸਵੇਰੇ ਅੰਮ੍ਰਿਤ ਵੇਲੇ, ਜਿਵੇਂ ਹੁਣ ਸਰੂਪ ਨਹੀਂ ਹੁੰਦਾ ਪਾਲਕੀ ਦੇ ਵਿੱਚ ਰੱਖ ਕੇ, ਕਿਵੇਂ ਲਿਜਾਣਾ ਮਹਾਰਾਜ ਦਾ ਸਰੂਪ, ਕਿੰਨਾ ਸਤਿਕਾਰ। ਕਿਤੇ ਕੋਈ ਵੀ ਸਰੂਪ ਲੈ ਕੇ ਜਾਓ, 2-4 ਕਿਲੋ ਫੁੱਲਾਂ ਨਾਲ ਕੀ ਘਾਟਾ ਪੈਂਦਾ ਪਿਆ। ਕਲੀ ਪਾਇਆ ਕਰੋ ਰਸਤੇ ਦੇ ਸਾਈਡਾਂ 'ਤੇ, ਕੁਛ ਨਹੀਂ ਫਰਕ ਪੈਂਦਾ।
ਫਿਰ ਸਾਰੇ ਜੀ घर ਦੇ ਲੱਗ ਕੇ ਝਾੜੂ ਮਾਰ ਦਿਆ ਕਰੋ, ਸਵੇਰੇ ਪਾਣੀ ਛਿੜਕ ਦਿਆ ਕਰੋ। ਦੁਨੀਆ ਦਾ ਮਾਲਕ ਜਿਵੇਂ ਦੀ ਭਾਵਨਾ ਰੱਖ ਕੇ ਲਿਜਾਓਗੇ ਨਾ, ਉਵੇਂ ਦਾ ਹੀ ਫਲ ਦੇਣਾ ਇਹਨੇ। ਜਿਵੇਂ ਮਰਜ਼ੀ ਭਾਵੇਂ 2 ਬੰਦੇ ਹੋਰ ਭੇਜ ਦਿਓ, ਭਾਵੇਂ ਨਾ ਕਰਦੇ ਆਏ, ਉਵੇਂ ਦਾ ਹੀ ਫਲ ਦੇਣਾ ਹੈ। ਸਾਹਿਬ ਸਭ ਜਾਣਦੇ ਨੇ ਭਾਵਨਾ। ਜੇ ਪਰਿਵਾਰ ਲੈਣ ਆਏਗਾ ਨਾ ਆਪ, ਉਹਦਾ ਫਲ ਫਿਰ ਵੱਧ ਜਾਣਾ। ਇਸ ਕਰਕੇ ਜ਼ਰੂਰ ਕੋਸ਼ਿਸ਼ ਕਰਿਆ ਕਰੋ, ਜਦੋਂ ਆਪਣਾ ਖੁਸ਼ੀਆਂ ਸਹਿਤ ਮਹਾਰਾਜ ਨੂੰ ਲੈ ਕੇ ਜਾਂਦੇ ਹੋ ਤੇ ਭਾਵਨਾ ਸਹਿਤ 5-4 ਕਿਲੋ ਕਲੀ ਪੈ ਜਾਏਗੀ, ਕੋਈ ਘਾਟਾ ਨਹੀਂ ਪੈਂਦਾ। ਪਾਣੀ ਛਿੜਕਿਆ ਕਰੋ, ਫੁੱਲ ਲਿਆਇਆ ਕਰੋ 1-2 ਦਿਨ ਪਹਿਲਾਂ, ਵੀ ਅੱਜ ਤਿਆਰੀ ਕੀਤੀ ਜਾਣੀ, ਮੇਰੇ ਸਾਹਿਬ ਸਾਡੇ ਘਰ ਆਉਣੇ ਨੇ। ਫਾਰਮੈਲਿਟੀ ਜੀ ਨਹੀਂ ਅਸੀਂ ਚੱਲ ਹੁਣ ਸੁੱਖਿਆ ਹੀ ਹੋਇਆ ਤੇ ਕਰਨਾ ਤਾਂ ਪੈਣਾ ਹੀ ਹੈ। ਉਹ ਹੋ ਗਈ ਫਾਰਮੈਲਿਟੀ, ਵੀ ਕਰਨਾ ਤਾਂ ਪੈਣਾ ਹੀ, ਹੁਣ ਛੁੱਟਣਾ ਤਾਂ ਨਹੀਂ ਜਿੰਦ, ਜੇ ਨਾ ਕੀਤਾ ਉਹਦਾ ਕੋਈ ਫਾਇਦਾ ਨਹੀਂ ਹੈ। ਸਤਿਕਾਰ ਸਹਿਤ ਮਹਾਰਾਜ ਲੈ ਕੇ ਜਾਣੇ, ਭਾਵਨਾ ਸਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਦੇਖੋ ਫੁੱਲਾਂ ਦੀ ਵਰਖਾ ਹੁੰਦੀ ਹੈ ਮਹਾਰਾਜ ਤੇ ਪਿੱਛੇ ਮਹਾਰਾਜ ਆਪ ਚੋਰ ਸਾਹਿਬ ਕਰਦੇ ਨੇ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ, ਬਾਬਾ ਬੁੱਢਾ ਜੀ ਨੇ ਸਿਰ 'ਤੇ ਸਰੂਪ ਲਿਆ, ਸਿਰ 'ਤੇ ਲਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੋਰ ਸਾਹਿਬ ਕਰਦੇ ਨੇ। ਕਿੱਡੀ ਵੱਡੀ ਸੇਵਾ ਚੋਰ ਸਾਹਿਬ ਦੀ ਮਹਾਰਾਜ ਦੀ। ਸਾਧ ਸੰਗਤ ਜੀ ਜਦੋਂ ਚੋਰ ਸਾਹਿਬ ਕਰਦੇ, ਦਰਬਾਰ ਸਾਹਿਬ ਸਰੂਪ ਲੈ ਕੇ ਆਏ, ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਤੁਸੀਂ ਸਜੋ ਮਹਾਰਾਜ ਦੇ। ਪਹਿਲੇ ਹੈੱਡ ਗ੍ਰੰਥੀ, ਪਹਿਲੇ ਵਜ਼ੀਰ ਕਹਿਣ ਨੂੰ ਨੇ ਅੱਜ ਮੰਨਦਾ ਤਾਂ ਕੋਈ ਹੈ। ਛੋਟੇ ਜਿਹੇ ਮੰਤਰੀ ਦਾ ਹੋਵੇ ਨਾ, ਇੱਕ ਤਾਂ ਹੁੰਦਾ ਨਾ ਪ੍ਰਧਾਨ ਮੰਤਰੀ, ਉਹਦਾ ਬੰਦਾ ਖਾਸ ਰੀਡਰ, ਕਿਸੇ ਦੀ ਜ਼ਰੂਰਤ ਨਹੀਂ ਅੱਗੇ ਬੋਲ ਜੇ ਹੁੰਦੇ, ਬਕਵਾਸ ਕਰ ਜੇ ਕੋਈ, ਥੱਲੇ ਨੂੰ ਮੂੰਹ ਕਰ ਲੈਂਦੇ, ਸਾਰੇ ਬੈਠੇ ਹੋ ਤੁਸੀਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਦੁਨੀਆ ਦਾ ਕਾਇਨਾਤ ਦਾ ਮਾਲਕ, ਉਹਦੀ ਗੋਦ ਵਿੱਚ ਬਹਿਣਾ, ਉਹਨੂੰ ਕਈ ਗੱਲਾਂ ਲੋਕੀ ਕਰ ਜਾਂਦੇ ਨੇ। ਮਤਲਬ ਡਰ ਨਹੀਂ ਨਾ ਸੱਚੀ ਸਰਕਾਰ ਦਾ, ਗੁਰੂ ਦਾ ਡਰ ਨਹੀਂ। ਜਿਨ੍ਹਾਂ ਨੂੰ ਡਰ ਹੈ ਅੱਜ ਵੀ ਸੋਚ ਸਮਝ ਕੇ ਗੁਰੂ ਦੇ ਵਜ਼ੀਰ ਨਾਲ ਬੋਲਦੇ ਨੇ, ਸਤਿਕਾਰ ਕਰਦੇ ਨੇ। ਪਹਿਲਾਂ ਫਤਿਹ ਬੁਲਾਉਂਦੇ ਨੇ ਉਹ, ਤੇ ਕਈ ਤਾਂ ਕਹਿੰਦੇ ਫਤਿਹ ਨਹੀਂ ਬੁਲਾਈ, ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਨਾਲੇ ਕਹਿੰਦੇ ਵਜ਼ੀਰ ਮਹਾਰਾਜ ਦੇ। ਮਹਾਰਾਜ ਦਾ ਸਤਿਕਾਰ ਕਿੰਨਾ ਕੁ ਹੈ, ਬੁਲਾਉਣੀ ਚਾਹੀਦੀ ਹੈ ਸਤਿਕਾਰ। ਸਾਡੇ ਮਹਾਂਪੁਰਸ਼ ਕਹਿੰਦੇ ਪਹਿਲਾਂ ਬੁਲਾਓ ਆਪ। ਮਹਾਰਾਜ ਦਾ ਸਤਿਕਾਰ ਜਾਂਦਾ, ਤੁਹਾਡਾ ਮੱਥਾ ਮਹਾਰਾਜ ਨੂੰ ਟੇਕਦਾ ਜਦੋਂ ਗੁਰੂ ਦੇ ਪਿਆਰਿਆਂ ਨੂੰ ਸਤਿਕਾਰ ਦਿੱਤਾ ਜਾਂਦਾ। ਬਾਬਾ ਬੁੱਢਾ ਜੀ ਨੂੰ ਕਿਹਾ, ਤਾਬਿਆ ਸਜੋ ਗੁਰੂ ਕੇ ਵਜ਼ੀਰ, ਪਹਿਲੇ ਹੈੱਡ ਗ੍ਰੰਥੀ। ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਨਿਵਾਜਾ, ਸੁਨੇ ਸਭ ਪੰਥ। ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਸਿਰ ਲਾ ਕੇ 2 ਹੱਥਾਂ ਨਾਲ ਇੰਝ ਵਿੱਚੋਂ ਵਿਚਕਾਰ ਤੋਂ ਐਂ ਖੋਲ੍ਹਤਾ। ਜਦੋਂ ਖੋਲ੍ਹਿਆ ਨਿਗਾਹ ਪਈ ਕੋਈ 783 ਅੰਗ 'ਤੇ। ਜਦੋਂ 783 ਅੰਗ 'ਤੇ ਨਿਗਾਹ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜਦੋਂ ਇਹ ਪਾਵਨ ਵਾਕ ਲਿਆ, ਦੇਖੋ ਕਿੰਨਾ ਸੋਹਣਾ ਵਾਕ ਆਇਆ ਵੀ ਇਹ ਸਾਰਾ ਕਾਰਜ ਕਰਨ ਵਾਲੇ ਅਕਾਲ ਪੁਰਖ ਆਪ ਨੇ। ਹਰਿਮੰਦਰ ਸਾਹਿਬ ਵੀ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨ ਵਾਲੇ ਵੀ, ਉਹਦਾ ਸਰੂਪ ਹੈ ਸਰਗੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਾਧ ਸੰਗਤ ਜੀ, ਲੋੜ ਸੀ ਬੜੀ ਵੱਡੀ ਉਸ ਸਮੇਂ। ਸਿੱਖਾਂ ਦੀਆਂ ਭਾਵਨਾ ਸੀ ਬੜੀ ਦੂਰ, ਸਿੱਖੀ ਫੈਲ ਗਈ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਟਾਈਮ 'ਤੇ। ਕਿਉਂਕਿ ਇਹ ਸਿੱਖੀ ਦਾ ਪ੍ਰਚਾਰ ਜੇ ਗੁਰੂ ਨਾਨਕ ਨੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਭੁੱਲੀ ਲੁਕ ਦੁਨੀਆ ਨੂੰ ਸਮਝਾਇਆ, ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ, ਗੁਰੂ ਰਾਮ ਅਮਰਦਾਸ ਮਾਨ ਨੇ ਕੀਤਾ, ਗੁਰੂ ਰਾਮਦਾਸ ਮਾਨ ਨੇ। ਪਤਾ ਸੀ ਸਿੱਖੀ ਫੈਲ ਜਾਣੀ ਸਾਰੀ ਦੁਨੀਆ ਆਲ ਵਰਲਡ ਵਿੱਚ, ਪਰ ਸਿੱਖਾਂ ਦੀ ਭਾਵਨਾ ਹੋਏਗੀ ਇੱਕਦਮ ਸਾਰਿਆਂ ਦੀ, ਵੀ ਸਾਰਿਆਂ ਨੂੰ ਇੱਕੋ ਟਾਈਮ 'ਚ ਸਾਰਿਆਂ ਨੂੰ ਇੱਕੋ ਹੀ ਗੁਰੂ ਦੇ ਦਰਸ਼ਨ, ਇੱਕੋ ਹੀ ਗੁਰੂ ਹੋਵੇ, ਇੱਕੋ ਦੇ ਹੀ ਦਰਸ਼ਨ ਹੋਣ, ਇੱਕੋ ਹੀ ਗੁਰੂ ਸਾਰਿਆਂ ਨੂੰ ਇੱਕ ਸਮੇਂ 'ਚ ਉਪਦੇਸ਼ ਕਰੇ। ਮਹਾਰਾਜ ਜਾਣਦੇ ਸੀ ਇਸ ਸਮੇਂ ਦੀ ਮੰਗ ਕਰਦਾ ਹੈ। ਫਿਰ ਸੱਚੇ ਪਾਤਸ਼ਾਹ ਨੇ ਐਸੀ ਰਚਨਾ ਕਰ ਦਿੱਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਵੇਂ USA ਕੋਈ ਰਹਿ ਰਿਹਾ, ਕੈਨੇਡਾ ਰਹਿ ਰਿਹਾ, ਆਸਟ੍ਰੇਲੀਆ ਰਹਿ ਰਿਹਾ, ਕਿਸੇ ਦੁਨੀਆ ਦੇ ਕੋਨੇ 'ਚ ਰਹਿ ਰਿਹਾ, ਸਾਨੂੰ ਗੁਰੂ ਬਣਾਉਣ ਦੀ ਲੋੜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਵੀ ਉਪਦੇਸ਼ ਦੇ ਰਹੇ ਨੇ, ਇੱਥੇ ਵੀ ਦੇ ਰਹੇ ਨੇ, ਹਰਿਆਣੇ 'ਚ ਵੀ ਦੇ ਰਹੇ ਨੇ, ਪੰਜਾਬ 'ਚ ਵੀ ਦੇ ਰਹੇ ਨੇ। ਕਿਸੇ ਸਟੇਟ ਹੋਵੇ ਕੋਈ ਹੈ ਨਾ ਵਿਚਾਰਨਯੋਗ ਬਾਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹਰ ਥਾਂ ਮੌਜੂਦ, ਗੁਰੂ ਸਾਡੇ 10 ਗੁਰੂ ਮੌਜੂਦ ਹਰ ਥਾਂ ਉਪਦੇਸ਼ ਨੇ, ਹਰ ਥਾਂ ਦੀਵਾਨ ਲੱਗ ਰਹੇ ਨੇ। ਜੇ ਵਿਅਕਤੀਗਤ ਸਰੂਪ ਹੁੰਦਾ
ਮਹਾਰਾਜ ਇਕੱਲੇ ਹਰਿਮੰਦਰ ਸਾਹਿਬ ਹੁੰਦੇ, ਇੱਥੇ ਕਿਵੇਂ ਬਹਿੰਦੇ ਆਣ? ਵਿਅਕਤੀਗਤ 'ਚ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਬੈਠੇ ਹੁੰਦੇ 10ਵੇਂ ਪਾਤਸ਼ਾਹ, ਅਤੇ ਹਰਿਆਣੇ 'ਚ ਆ ਕੇ ਕਿਵੇਂ ਬਹਿੰਦੇ? ਸਰੀਰ ਕਰਕੇ ਭਾਵੇਂ ਉਹਨਾਂ 'ਚ ਸਮਰੱਥਾ ਜੋ ਮਰਜ਼ੀ ਕਰ ਸਕਦੇ ਨੇ, ਪਰ ਡਾਊਟ ਤਾਂ ਰਹਿਣਾ ਸੀ, ਸ਼ੰਕਾ 'ਚ ਰਹਿਣਾ ਸੀ। ਅਤੇ ਦੇਖੋ ਕੈਸੀ ਰਚਨਾ ਕਰ ਦਿੱਤੀ। ਹੁਣ ਕਹਿੰਦੇ ਹਰਿਮੰਦਰ ਸਾਹਿਬ ਵੀ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਪਿੰਡ ਦੇ ਗੁਰਦੁਆਰੇ 'ਚ ਵੀ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹੀ ਗੁਰੂ ਹੈ ਸਾਡੇ 'ਚ ਵੀ। ਇਸ ਕਰਕੇ ਸਾਧ ਸੰਗਤ ਜੀ ਕਿੰਨੀ ਸੋਹਣੀ ਮਹਾਰਾਜ ਨੇ ਮਰਿਆਦਾ ਚਲਾ ਦਿੱਤੀ। ਬਾਬਾ ਬੁੱਢਾ ਜੀ ਜਦੋਂ ਵਾਕ ਲੈ ਲਿਆ, ਫਤਿਹ ਬੁਲਾਈ, ਕਹਿੰਦੇ ਬਾਬਾ ਬੁੱਢਾ ਜੀ ਇੱਕ ਇੱਛਾ ਹੈ। ਹਾਂ ਮਹਾਰਾਜ, ਜਦੋਂ ਤੁਸੀਂ 12 ਸਾਲ ਦੇ ਮਿਲੇ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਨੂੰ, ਤੁਸੀਂ ਸਾਨੂੰ ਪੱਕਾ ਪਤਾ ਹੈ ਛੋਟੀ ਉਮਰ ਵਿੱਚ ਮਹਾਰਾਜ ਤੋਂ ਜਪਜੀ ਸਾਹਿਬ ਸੁਣਿਆ ਹੋਣਾ, ਕਿਉਂਕਿ ਮਹਾਰਾਜ ਰੋਜ਼ ਜਾਪ ਕਰਦੇ ਸੀ। ਕਹਿੰਦੇ ਹਾਂ ਮਹਾਰਾਜ ਮੈਂ ਸੁਣਿਆ। ਕਹਿੰਦੇ ਜਿਵੇਂ ਸੁਣਿਆ ਉਵੇਂ ਸੁਣਾ ਦਿਓ ਸੰਗਤ ਨੂੰ। ਪਹਿਲੀ ਵਾਰ ਜਪਜੀ ਸਾਹਿਬ ਹਰਿਮੰਦਰ ਸਾਹਿਬ ਬਾਬਾ ਬੁੱਢਾ ਜੀ ਉਚਾਰਨ ਕਰਦੇ ਨੇ, ਉਵੇਂ ਹੀ ਹੂਬਹੂ ਜਿਵੇਂ ਗੁਰੂ ਨਾਨਕ ਨੇ ਉਚਾਰਿਆ ਸੀ ਜਪਜੀ ਸਾਹਿਬ। ਸਾਰਿਆਂ ਨੇ ਸਿਰ ਨਿਵਾਲੇ, ਜੈ ਜੈਕਾਰ, ਗੁਰੂ ਅਰਜਨ ਦੇਵ ਮਹਾਰਾਜ ਨੂੰ ਵਧਾਈਆਂ। ਜਿਵੇਂ ਹੁਣ ਆਪਾਂ ਵਧਾਈ ਦਿੱਤੀ ਸੀ ਪਹਿਲਾਂ ਸੰਗਤਾਂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲੇ ਪ੍ਰਕਾਸ਼ ਦਿਹਾੜੇ ਵਧਾਈਆਂ ਦਿੱਤੀਆਂ ਜਾ ਰਹੀਆਂ। ਇਸ ਕਰਕੇ ਖੁਸ਼ੀਆਂ, ਨਾਲੇ ਲੋੜ ਸੀ ਫੈਲੇ ਵਿਦਿਆ ਚਾਨਣ ਹੋਏ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮੰਨਿਆ। ਅੱਜ ਜਿੰਨਾ ਪ੍ਰਕਾਸ਼ ਹੋਇਆ ਕਰਮਕਾਂਡ ਵਹਿਮ ਭਰਮ ਤੋਂ ਅਸੀਂ ਉੱਠੇ ਹਾਂ, ਗੁਰਬਾਣੀ ਦੀ ਕਿਰਪਾ ਨਾਲ ਸਾਰੇ ਕੱਢ ਦਿੱਤੇ ਗੁਰਬਾਣੀ ਨੇ। ਉਂਝ ਜੇ ਕੋਈ ਪਾਈ ਛੱਡੇ ਤੇ ਪਾਈ ਛੱਡੇ ਭਾਵੇਂ, ਪਰ ਮਹਾਰਾਜ ਨੇ ਸਾਰੇ ਕੱਢ ਦਿੱਤੇ ਨੇ ਵੱਲ ਚੱਲਦੇ, ਕੋਈ ਰਹਿਣ ਨਹੀਂ ਦਿੱਤਾ ਕਰਮਕਾਂਡ ਜੀ। ਵੀ ਸਿੱਧੇ ਰਸਤੇ ਪਾਓ। ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਵੀ ਹਿੰਦੂ ਧਰਮ ਨਾ, ਉਹਨਾਂ ਦੇ ਵੇਦ ਗ੍ਰੰਥ ਨਾ, ਕਿਸੇ ਨੂੰ ਨਹੀਂ ਮਾੜਾ। ਜਾਂ ਇਸਲਾਮ ਮਤ ਮੁਸਲਮਾਨ ਧਰਮ ਹੈ, ਉਹ ਕੁਰਾਨ ਸ਼ਰੀਫ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਨੂੰ ਮਾੜਾ ਨਹੀਂ। ਮਹਾਰਾਜ ਕਿਸੇ ਦੀ ਵੀ ਨਿੰਦਿਆ ਨਹੀਂ ਕਰਦੇ। ਮਹਾਰਾਜ ਸਾਰਿਆਂ ਨੂੰ, ਸਮੁੱਚੀ ਮਨੁੱਖਤਾ ਨੂੰ ਇੱਕੋ ਹੀ ਉਪਦੇਸ਼ ਦਿੰਦੇ ਨੇ, ਰੱਬ ਨਾਲ ਜੁੜਨ ਦਾ, ਅਕਾਲ ਪੁਰਖ ਦੀ ਬੰਦਗੀ ਕਰਨ ਦਾ, ਉਹ ਸਿੱਧੇ ਮਾਰਗ 'ਤੇ ਚੱਲਣ ਦਾ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਜੀ, ਐਸਾ ਗੁਰ ਭੁੱਲੇ ਮਾਰਗ ਜਿਨ੍ਹੇ ਬਤਾਇਆ, ਭੁੱਲੇ ਮਾਰਗ ਜਿਨ੍ਹੇ ਬਤਾਇਆ, ਭੁੱਲੇ ਭੁੱਲੇ ਮਾਰਗ ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਐਸਾ ਗੁਰ ਵੱਡ। ਹੁਣ ਵਿਚਾਰ ਆਪਣੀ ਸੰਪੂਰਨ ਹੀ ਹੈ ਤਕਰੀਬਨ। ਹੁਣ ਸ਼ਾਮ ਦਾ ਟਾਈਮ ਹੋਣਾ, ਸੰਧਿਆ ਹੋਣੀ ਸੀ। 1.5 ਪਹਿਰ ਰਾਤ ਰਹਿੰਦੀ ਮਹਾਰਾਜ ਜਾਂਦੇ ਨੇ, ਜਾਂ ਪਹਿਰ ਰਾਤ ਰਹਿੰਦੀ ਮਤਲਬ 6 ਤੋਂ ਲਾ ਲਓ, 1.5 ਪਹਿਰ ਨਹੀਂ, ਅੱਧੀ ਕੁ ਪਹਿਰ ਰਾਤ। ਜਿਹੜੇ ਰਾਤ ਦਾ ਪਹਿਰ ਸ਼ੁਰੂ ਹੁੰਦਾ 6 ਵਜੇ, ਅੱਧਾ ਕੁ ਪਹਿਰ ਬਣਦਾ ਹੈ 6 ਤੋਂ ਕੋਈ 7:30 ਐਂ ਲਾ ਲਓ, 6 ਤੋਂ 7:30 8 ਵਜੇ ਦੇ ਲਗਭਗ। ਇਹ ਮਰਿਆਦਾ ਮਹਾਰਾਜ ਨੇ ਬਣਾਈ ਗਈ। ਕਈਆਂ 1.5 ਪਹਿਰ ਜੀ ਆਪਾਂ ਜੇ ਲਾਈਏ ਮਰਿਆਦਾ, ਫਿਰ 6 ਤੋਂ 9 ਅਤੇ 9 ਤੋਂ 10, 10:30 ਵਜੇ ਦਾ ਸਮਾਂ ਬਣਦਾ ਮਹਾਰਾਜ ਲਿਜਾਣ ਦਾ। ਜੇ 1.5 ਪਹਿਰ ਰਾਤ ਦਾ ਸਮਾਂ ਲਾਈਏ, ਇੱਕ ਪਹਿਰ 3 ਘੰਟੇ ਦਾ ਹੁੰਦਾ ਹੈ। ਰਾਤ ਦੇ ਪਹਿਰ 6 ਵਜੇ ਤੋਂ ਸ਼ੁਰੂ ਹੁੰਦੇ ਨੇ। ਇਸ ਕਰਕੇ ਸਾਧ ਸੰਗਤ ਜੀ, ਜਦੋਂ ਰਾਤ ਦਾ ਪਹਿਰ ਹੋਇਆ, ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਹੁਣ ਸਤਿਕਾਰ ਸਹਿਤ ਤੁਸੀਂ ਸੁਖਾਸਨ ਕਰੋ। ਮਹਾਰਾਜ ਦਾ ਸੁਖਾਸਨ ਕੀਤਾ ਗਿਆ। ਸਾਧ ਸੰਗਤ ਜੀ, ਸਾਨੂੰ ਇੱਕ ਮਹਾਂਪੁਰਸ਼ਾਂ ਦੀ ਸੇਕ ਨੇ ਆ ਪੜ੍ਹੀ ਅਸੀਂ ਬੁੱਕਸ, ਉਹਦੇ 'ਚ ਮਹਾਰਾਜ ਦਾ ਬੜਾ ਸਤਿਕਾਰ ਲਿਖਿਆ ਗਿਆ। ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹ ਕਹਿੰਦੇ ਵੀ ਜਦੋਂ ਮਹਾਰਾਜ ਨਾਲ ਸੁਖਾਸਨ ਕਰਨਾ, ਇੱਕ ਵੱਟ ਵੀ ਨਹੀਂ ਪੈਣਾ ਚਾਹੀਦਾ, ਇੰਨੇ ਧਿਆਨ ਨਾਲ ਕਰਨਾ ਚਾਹੀਦਾ। ਉਹ ਇੱਕ ਵਿਚਾਰ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ 10ਵੇਂ ਪਾਤਸ਼ਾਹ ਨਾਲ ਦਿਨੇ ਐਂ ਅਤੇ ਕਹਿੰਦੇ ਮਹਾਰਾਜ ਕੀ ਗੱਲ, ਰਾਤ ਨੀਂਦ ਨਹੀਂ ਆਈ? ਕਹਿੰਦੇ ਜਦੋਂ ਸੁਖਾਸਨ ਕੀਤਾ,
ਉਦੋਂ ਉਹਦੇ ਵਿੱਚ ਵੱਟ ਕਿਸ ਸਿੱਖ ਦੀ ਸੁਰਤੀ ਪਹੁੰਚਦੀ ਹੁੰਦੀ ਸੀ ਮਹਾਰਾਜ ਕੋਲ। ਮਹਾਰਾਜ ਜਦੋਂ ਗੁਰਤਾ ਗੱਦੀ ਦੇਤੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਰੋਜ਼ ਮਹਾਰਾਜ ਦੇ ਸੱਚੇ ਪਾਤਸ਼ਾਹ ਦਰਸ਼ਨ ਕਰਨੇ, ਐਸਾ ਪਹੁੰਚੇ ਹੋਏ ਗੁਰਸਿੱਖਾਂ ਦਾ ਜੀਵਨ। ਆਤਮਦਰਸ਼ੀ ਸਤਿਪੁਰਸ਼ਾਂ ਨੇ ਦੱਸਿਆ, ਕਹਿੰਦੇ ਤੁਸੀਂ ਰਾਤ ਮਹਾਰਾਜ ਜਦੋਂ ਸੁਖਾਸਨ ਕੀਤਾ, ਕੱਪੜਾ ਐਵੇਂ ਵੱਟ ਪਾ ਕੇ ਐਂ ਕਰ ਦਿੰਦਾ, ਉਹ ਫਿਰ ਹੁਣ ਜਦੋਂ ਆਪਣਾ ਵੀ ਕੱਪੜਾ ਇੰਝ ਇਕੱਠਾ ਜਿਹਾ ਹੋਵੇ ਕਿੰਨਾ ਹੁੰਦਾ, ਆਪਾਂ ਨੂੰ ਲੱਗਦਾ ਨਾ, ਮਹਿਸੂਸ ਹੁੰਦਾ। ਉੱਥੇ ਸਿੱਖਿਆ ਇਹ ਮਿਲੀ ਕਿ ਮਹਾਰਾਜ ਦਾ ਜਿਹੜਾ ਨਾ ਸੁਖਾਸਨ ਬਿਲਕੁਲ ਬੜੇ ਸਤਿਕਾਰ ਸਹਿਤ ਹੋਣਾ ਚਾਹੀਦਾ, ਬਹੁਤ ਪ੍ਰੇਮ ਭਾਵਨਾ ਨਾਲ, ਧਿਆਨ ਨਾਲ ਹੋ, ਜਿਵੇਂ ਵੀ ਹੋਵੇ ਧਿਆਨ ਨਾਲ ਹੋਵੇ, ਸਤਿਕਾਰ ਸਹਿਤ ਹੋਵੇ। ਇਸ ਕਰਕੇ ਕਈ ਵਾਰ ਚੈੱਕ ਕਰਨ ਵਾਸਤੇ ਆ ਜਾਂਦੇ ਨੇ ਮਹਾਰਾਜ ਸਰੂਪ। ਇੱਕ ਵਾਰੀ ਚੰਡੀਗੜ੍ਹ ਤੋਂ ਜਥਾ ਆਇਆ ਸੀ, ਮਹਾਰਾਜ ਦੀ ਹਜ਼ੂਰੀ 'ਚ ਝੂਠ ਨਹੀਂ ਹੁੰਦਾ। ਉਹ ਕਹਿਣਗੇ ਬਹੁਤ ਵਧੀਆ ਸਾਨੂੰ ਲੱਗਾ, ਇੱਕ ਤੁਸੀਂ ਕੱਪੜਾ ਜਿਸ ਹਿਸਾਬ ਨਾਲ ਮਹਾਰਾਜ ਨੂੰ ਲਾਉਣਾ ਚਾਹੀਦਾ ਬਿਲਕੁਲ ਕੋਟਨ ਦਾ ਲੱਗਾ ਹੋਇਆ, ਭਾਵੇਂ ਸੰਗਤ ਨਹੀਂ ਦੇਣਾ ਹੈ, ਆਪਾਂ ਤਾਂ ਬੇਨਤੀ ਕਰਨੀ ਹੈ। ਇੱਕ ਸਾਨੂੰ ਤਰੀਕਾ ਵਧੀਆ ਲੱਗਾ ਹੈ ਕਿ ਤੁਸੀਂ ਬੜੇ ਉਹ ਖੋਲ੍ਹ ਕੇ ਚੈੱਕ ਕੀਤਾ ਉਹਨਾਂ ਨੇ, ਸੱਚਖੰਡ ਜਾ ਕੇ ਕੱਲਾ ਕਹਿੰਦੇ ਬਹੁਤ ਵਧੀਆ ਲੱਗਾ। ਫਿਰ ਇੱਥੇ ਆ ਕੇ ਰੁਮਾਲਾ ਚੁੱਕ ਕੇ ਚੈੱਕ ਕੀਤਾ, ਕਹਿੰਦੇ ਜਿਹੜੀ ਗੱਲ ਅਸੀਂ ਦੱਸਣ ਆਏ ਸੀ ਉਹ ਤਾਂ ਪਹਿਲੀਆਂ ਨੇ ਇੱਥੇ ਸਾਰੀਆਂ ਗੱਲਾਂ। ਪਹਿਲੀ ਸੁਖਾਸਨ ਦੀ, ਦੂਜੀ ਗੱਲ ਅਸੀਂ ਮਹਾਰਾਜ ਦੇ ਥੱਲੇ ਕੱਪੜਾ ਪਾਉਂਦੇ ਚਿੱਟਾ, ਰੁਮਾਲਾ ਕਈ ਵਾਰ ਡਿੱਗ ਜੇ, ਕੋਈ ਹੱਥ ਕੋਈ ਹੋਰ ਲੱਗ ਜੇ, ਕਈ ਰੁਮਾਲੇ ਇਸ ਤਰ੍ਹਾਂ ਨੇ ਨਹੀਂ ਧੁੱਪਦੇ। ਇਸ ਕਰਕੇ ਸਾਧ ਸੰਗਤ ਜੀ ਉਹ ਚਿੱਟਾ ਰੁਮਾਲਾ ਥੱਲੇ ਜ਼ਰੂਰ ਹੋਣਾ ਚਾਹੀਦਾ ਕੱਪੜੇ ਦਾ ਮਹਾਰਾਜ। ਫਿਰ ਕਹਿੰਦੇ ਸੀ ਚੋਰ ਸਾਹਿਬ ਇਹ ਅਸੀਂ ਨਾਲ ਲਈ ਫਿਰਦੇ, ਕਹਿੰਦੇ ਆ ਦੇਖੋ ਸਮਾਨ ਦੇਨੇ ਆ ਗੁਰਦੁਆਰਿਆਂ 'ਚ, ਕਹਿੰਦੇ ਇੱਥੇ ਤਾਂ ਪਹਿਲਾਂ ਹੀ ਉਹ ਬਣਾਈ ਹੋਈ ਹੈ ਟੰਗਣ ਵਾਲੇ, ਇੱਥੇ ਹੁਣ ਕੀ ਸਮਝਾ ਕੇ ਜਾਈਏ, ਕਹਿੰਦੇ ਸਾਰਾ ਹੀ ਪਤਾ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦਾ ਸਤਿਕਾਰ ਜਿੰਨਾ ਹੋਏਗਾ, ਅਸੀਂ ਤੁਹਾਡੇ ਚਰਨਾਂ 'ਚ ਪਹਿਲਾਂ ਵੀ ਬੇਨਤੀ ਕੀਤੀ ਵੀ ਸਾਨੂੰ ਦੱਸ ਦਿਓ ਜਿੱਥੇ ਕਮੀ ਹੋਵੇ। ਹੱਥ ਜੋੜ ਕੇ ਕੋਈ ਗਿਲਾ ਕੋਈ ਸ਼ਿਕਵਾ ਨਹੀਂ, ਮਹਾਰਾਜ ਦਾ ਸਤਿਕਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਜਿੰਨਾ ਹੋ ਸਕੇ। ਜਿੱਥੇ ਸਾਡੇ ਤੇ ਉਣਤਾਈ ਹੋਵੇ, ਗਲਤੀ ਹੋਵੇ, ਜ਼ਰੂਰ ਦੱਸੋ। ਕੋਈ ਭੈਣ ਭਰਾ, ਵੀਰ ਭਰਾ, ਬਜ਼ੁਰਗ ਬੈਠਾ, ਕੋਈ ਵੀ ਹੋਵੇ, ਕਥਾ ਦੇ ਵਿੱਚ ਕੋਈ ਸਾਧ ਸੰਗਤ ਜੀ ਮਿਸਟੇਕ ਹੋਵੇ, ਗੁਰੂ ਦੇ ਸ਼ਬਦ ਦੇ ਉਲਟ ਹੋਵੇ, ਗੁਰਮਤਿ ਦੇ ਉਲਟ ਹੋਵੇ, ਗੁਰੂ ਮਹਾਰਾਜ ਦੇ ਉਸਤਤ ਦੇ ਉਲਟ ਹੋਵੇ, ਤੁਸੀਂ ਦੱਸ ਸਕਦੇ ਹੋ, ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਬਈ ਨਹੀਂ ਇਸ ਤਰ੍ਹਾਂ ਨਹੀਂ। ਮੰਨ ਲਓ ਨੰਬਰਦਾਰ ਜੀ ਬੈਠੇ ਨੇ, ਕੋਈ ਬੈਠਾ ਹੈ ਸਰਦਾਰ ਰਣਜੀਤ ਸਿੰਘ, ਸਰਦਾਰ ਜੋਗਿੰਦਰ ਸਿੰਘ, ਸਰਦਾਰ ਇਕਬਾਲ ਸਿੰਘ, ਸਰਦਾਰ ਗੁਰਚਰਨ ਸਿੰਘ, ਸਰਦਾਰ ਗੁਰਮੀਤ ਸਿੰਘ, ਸਾਰੇ ਚੰਗੇ ਨੇ, ਸਰਦਾਰ ਜਗਤਾਰ ਸਿੰਘ ਸਿਆਣੇ ਨੇ, ਪਰ ਕਿਤੇ ਲੱਗੇ ਵੀ ਗੁਰਮਤਿ ਤੋਂ ਤੁਸੀਂ ਦੱਸੋ ਜੀ ਸਦਕੇ, ਕਿਉਂਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਹਾਰਾਜ ਦਾ ਸਤਿਕਾਰ ਕਰਨ, ਗੁਰਮਤਿ ਤੋਂ ਦੂਰ ਨਹੀਂ ਜਾਣਾ। ਜੇ ਗੁਰਮਤਿ ਇਤਿਹਾਸ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਵੀ ਮਹਾਰਾਜ ਇਸ ਤਰ੍ਹਾਂ ਆਪਾਂ ਲੈ ਕੇ ਜਾਈਏ, ਇਸ ਤਰ੍ਹਾਂ ਸਤਿਕਾਰ ਕਰੀਏ, ਉਹਦੇ 'ਚ ਗੁਰੂ ਦਾ ਸਤਿਕਾਰ ਹੈ। ਜੇ ਚੌਂਕੀਦਾਰ ਹੁੱਕਾ ਦੇਵੇਗਾ ਤਾਂ ਹੀ ਪਤਾ ਲੱਗੇਗਾ। ਸਾਡਾ ਫਰਜ਼ ਬਣਦਾ ਹੁੱਕਾ ਦਈਏ, ਤੁਹਾਨੂੰ ਦਸੀਏ, ਭਾਵੇਂ ਕਈ ਗੱਲਾਂ ਕੈੜੀਆਂ ਜਿਹੀਆਂ ਜ਼ਰੂਰ ਲੱਗਦੀਆਂ ਨੇ, ਪਰ ਮਾਫੀ ਦੇ ਦਿਓ, ਮਹਾਰਾਜ ਦੇ ਸਤਿਕਾਰ ਦੇ ਸੰਬੰਧ ਵਿੱਚ ਅਸੀਂ ਗੱਲਾਂ ਕਹਿੰਦੇ। ਇਸ ਕਰਕੇ ਕੋਈ ਗੱਲ ਦਾ ਖੇਦ ਨਹੀਂ ਮਨਾਉਣਾ। ਹੁਣ ਜਦੋਂ ਸੁਖਾਸਨ ਕੀਤਾ ਗਿਆ ਬੜੇ ਸਤਿਕਾਰ ਸਹਿਤ ਉਵੇਂ ਹੀ ਲੈ ਕੇ ਗਏ। ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਕਿੱਥੇ ਵਿਸ਼ਰਾਮ ਕਰਨਾ ਹੈ ਮਹਾਰਾਜ? ਕਹਿੰਦੇ ਜੀ ਜਿੱਥੇ ਅਸੀਂ ਆਰਾਮ ਕਰਦੇ ਹਾਂ ਪਲੰਗ, ਉੱਥੇ ਚਿੱਟੇ ਬਸਤਰ ਮਹਾਰਾਜ ਦੇ ਲਾਏ ਗਏ, ਗੁਰੂ ਗ੍ਰੰਥ ਸਾਹਿਬ ਚਿੱਟੀਆਂ ਚਾਦਰਾਂ, ਉੱਥੇ ਮਹਾਰਾਜ ਨੂੰ ਬਿਰਾਜਮਾਨ ਕਰ ਦਿੱਤਾ। ਹਾਜ਼ਰ ਨਾਜ਼ਰ ਉਦੋਂ ਅਜੇ ਗੁਰਤਾ ਗੱਦੀ ਨਹੀਂ ਮਿਲੀ ਵੇਲੋ, ਉਦੋਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ। ਉਸ ਤੋਂ ਬਾਅਦ ਕਦੀ ਮਹਾਰਾਜ ਦਰਬਾਰ ਲਾ ਕੇ ਹਰਿਮੰਦਰ ਸਾਹਿਬ 'ਚ ਨਹੀਂ ਬੈਠੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਬਹਿੰਦੇ ਸੀ ਅਲੱਗ। ਮਹਾਰਾਜ ਬਰਾਬਰੀ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅੱਜ ਕੋਈ ਉੱਠਦਾ ਜੀ ਇਹ ਤਾਂ ਸੰਤ ਬਾਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਕਾਹਦਾ ਸੰਤ ਹੈ ਜਿਹਨੂੰ ਤੁਸੀਂ ਇਹ ਵਡਿਆਈ ਦੇ ਰਹੇ ਹੋ? ਵੱਡੇ ਹੋਣ ਦੇ ਅਸੀਂ ਉਹਨੂੰ ਕੋਈ ਸੰਤ ਨਹੀਂ ਮੰਨਦੇ। ਜਿਹੜਾ ਮਹਾਰਾਜ ਤੋਂ ਉੱਪਰ ਹੋ ਰਿਹਾ ਕੋਈ ਨਹੀਂ, ਉਹ ਪਖੰਡੀ ਹੈ, ਅਸੀਂ ਨਹੀਂ ਮੰਨਦੇ। ਅਸੀਂ ਆਪਣਾ ਸੁਪਰੀਮ ਪਾਵਰਸ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹਾਂ। ਇਹ ਹੈ ਸਮੂਹ ਸ਼ਕਤੀਆਂ ਦਾ ਮਾਲਕ। ਇਸ ਕਰਕੇ ਸਤਿਕਾਰਯੋਗ ਨੇ ਸਾਰੇ ਸੰਤ ਮਹਾਂਪੁਰਸ਼ ਉਦੋਂ ਤੱਕ ਜਦੋਂ ਤੱਕ ਗੁਰੂ ਨਾਲ ਜੋੜਦੇ ਨੇ, ਕਿਉਂਕਿ ਉਹ ਵੀ ਇੱਕ ਚੌਂਕੀਦਾਰ ਨੇ ਗੁਰੂ ਨਾਨਕ ਦੇ ਘਰ ਦੇ। ਬਾਣੀ ਦਾ ਉਪਦੇਸ਼ ਦੱਸਦੇ ਨੇ, ਸੰਗਤਾਂ ਨੂੰ ਦ੍ਰਿੜਾਉਂਦੇ ਨੇ। ਉਹਨਾਂ ਦੀ ਡਿਊਟੀ ਹੈ ਕਿ ਜੋੜਨਾ, ਜਪਾਉਣਾ ਹੈ। ਅਤੇ ਪਰ ਮਾਲਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਲੱਖਾਂ ਐਵੇਂ ਦੇ ਬਣਾ ਸਕਦੇ ਨੇ, ਖਪਾ ਸਕਦੇ ਨੇ, ਜੇ ਚਾਹਣ ਨਿਦਰ ਕਰ ਦੇਣ ਜਿੰਦੇ ਤੇ ਮਰਜ਼ੀ। ਇਸ ਕਰਕੇ ਪਹਿਲਾਂ ਜਿਹੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਣਾ। ਕੋਈ ਦੁਨੀਆ ਦੀ ਵੱਡੀ ਤਾਕਤ ਮਹਾਰਾਜ ਦੀ ਹਜ਼ੂਰੀ 'ਚ ਆ ਜੇ ਨਹੀਂ, ਉਹ ਸਾਹਿਬ ਵੱਲ ਹੀ ਧਿਆਨ ਹੋਣਾ ਚਾਹੀਦਾ।
ठीक है किसी संत महापुरुष का सत्कार करो, असीं नहीं कहते ना करो, पर महाराज के दरबार तो बाहर जाके करना चाहिए। इत्थे उंदा ही होना चाहिए सच्चे पातशाह का सच्ची, इत्थे सारे उंदे सेवक ने। उत्थे पलंग ते विराजमान करता सुखासन। महाराज तुसीं कित्थे सोवोगे, ये तुहाडा पलंग सी, क्योंकि महाराज ने कहा नहीं ना पहला, नहीं तो संगतां ने सेवा कर देनी सी, कोई ना किसी ने कहना भी हाँ असीं महाराज पलंग लिआने, कोई नहीं। महाराज ने उदों ही दस्या मौके पर। महाराज कह लगे बाबा बुढ़ा जी असीं पलंग ते नहीं पैना, असीं पलंग दे थल्ले पवांगे। जिथे गुरु ग्रंथ साहिब महाराज अज तुसीं जाओ ना हरमंदर साहिब, कोठा साहिब अकाल तख्त, जिथे महाराज दा सुखासन है, कि तुहानूं मौका मिले थल्ले चादर अजे भी विछदी है। वो चादर एक गल का प्रतीक है कि गुरु अर्जन देव महाराज थल्ले पैंदे रहे ने। जदों घर आउण ना साडे महाराज, कोशिश करियो तुहाडे चरनां 'च बेनती कि 2 दिन थल्ले पवो। सत्कार है, कोई पखंड नहीं है, सत्कार है महाराज। हो सके महाराज का स्वरूप उच्चे थां ते ही होना चाहिए। ये नहीं महाराज थल्ले प्रकाश किते ने बाहर कुर्सियां ते बैठे ने, ये कोई सत्कार है महाराज का? इदू तो ना कोई पाठ करा पूजा पर भार चढ़ा लिया कर लिया के महाराज नूं, ये नहीं करना। आपां तुहाडे चरनां 'च बेनती, महाराज का सत्कार आपां सारिਆਂ ने रल मिल के करना है, वध तो वध करना है। खैर ये महाराज ने वो जिहड़ी मर्यादा बनाई अज तक उवें चली आ रही है। तो सानू गुरु ग्रंथ साहिब महाराज दे नाल फिर 10वें पातशाह ने जदों ये सरूप ना मिलिया, आप अपने अनुभव नाल सब की तलवंडी बाणी उचारण की। दूजा लखारी भाई मनी सिंह नूं ला के गुरु ग्रंथ साहिब महाराज सारी रचना की। हजूर साहब जाके नदेड़ साहब फिर हुक्म कर दिता, सब सिखण को हुक्म है। महाराज कहते संगत जी खालसा जी आ तुहाडे गुरु का सिर कदी किसी के निविया नहीं 10वें पातशाह का। अज असीं मत्था टेकदे हां गुरु ग्रंथ साहिब महाराज नूं। अज तो तुहाडा गुरु गुरुआं दा गुरु धन गुरु ग्रंथ साहिब महाराज ने। इन्हां ते परमेश्वर वाली भावना रखनी है। प्रगट गुरां की दे जान के भी जदों आउणा है, गुरु मैनूं देख रहा है। गुरु ग्रंथ जी माने प्रगट गुरां की दे भी मैनूं देख रहा। जदों आपां बेनती करनी मेरी महाराज सुन रहे ने, बाणी इस तरह पढ़नी महाराज मेरी बाणी देख रहे हैं, पढ़ते नूं सुनते नूं, मेरी बेनती जरूर सुनणगे। इन्नियां को बेनतियां प्रवान करियो। खैर बहुत समा तुहाडा 15 मिनट वध लै लए ने ते तुसीं बड़ा तवज्जो दे के गुरु का इतिहास सुनिया, बड़ा शरधा का सबूत दिता। सारे बजुर्ग बैठे ने, सत्कारयोग साडे वीर बैठे ने, बच्चे बैठे ने ते भैणां मातावां जी। तां की गल इन्हां दी शरधा देखो, इन्नी ज़्यादा संगत हो जाती है रोज़ ही, हर रोज़। शाम नूं भी इन्नी रौनक बन जाती है। शाम नूं कई बार 50-50 जी आ जाते हैं, आई जाते हैं जाई जाते हैं, आई जाते 50-50 जी। किन्नी किरपा महाराज। सवेरे तो फिर हुंदी इन्नी संगत महाराज। हुण वेखो दरबार भरिया होया सच्चे पातशाह। यही है महाराज का दिहाड़ा मनाउणा। तुहाडे अंदर किन्नी खुशी है गुरु ग्रंथ साहिब महाराज दे पहले प्रकाश दिहाड़े ते। गुरु महाराज किवें ना किरपा करेगा तुहाडे परिवार बच्चों ते। अरदास करदे हैं महाराज तुहाडे परिवारां बच्चों ते मेहर भरे हत्थ रखण। जिथे तुहाडे परिवार नूं चढ़दी कला बख्शण, उत्थे नगर नूं भी चढ़दी कला बख्शण। सारे नगर की सुख मंगनी आपां तां 2 टाइम, क्योंकि तुसीं इन्ना सत्कार करदे। असीं बाहर भी कथा कीर्तन जान करदे हां ते उत्थे जाके सिफत करी दी दसी दा भी सारा पिंड ही महाराज की इन्नी किरपा है, गुरु नाल जुड़े ने सारे ही। जिथे बाणी का सत्कार करते हैं उत्थे गुरु के वजीरां का भी सारे ही सत्कार करते हैं। बड़े भावना सहित घर सद के लंगर की भी सेवा संगत बड़ी करती है। तो वो महाराज का वजीर जान के करती है। महाराज तुहानूं होर उदम बल प्रशारत बख्शे, 4-4 चन्न लावे। महाराज दिन दुगनी रात चौगुनी तरक्कियां बख्शे, कामयाबियां सफलतावां तुहाडे परिवारां नूं, बच्चियां नूं सारिਆਂ ਨੂੰ चढ़दी कला बख्शे। इन्नी कोई हाजरी प्रवान करियो। होइयां भुल्लां दी माफ़ी जी। फतेह बुलाउण लगे हां, फतेह बुलाओ। वाहिगुरू जी का खालसा, वाहिगुरू जी की फतेह। तुदे